ਹੈਲੋ एवरीवन ਵੈਲਕਮ ਬੈਕ ਟੂ द्रोणाचार्य आईएएस। ਹੁਣ ਤੱਕ ਅਸੀਂ ਗੱਲ ਕਰ ਚੁੱਕੇ ਹਾਂ 9 ਗੁਰੂਆਂ ਤੱਕ ਕਿ ਉਹਨਾਂ ਦੇ ਰਿਲੇਸ਼ਨਸ਼ਿਪ ਜੋ ਨੇ ਉਹ ਮੁਗਲ ਐਮਪਰਰਸ ਦੇ ਨਾਲ ਕਿਸ ਤਰੀਕੇ ਦੇ ਰਹੇ, ਕਿਸ ਤਰੀਕੇ ਦੇ ਬਦਲਾਅ ਜੋ ਨੇ ਉਹ ਆਉਂਦੇ ਰਹੇ। ਤੇ ਅੱਜ ਅਸੀਂ ਗੱਲ ਕਰਾਂਗੇ ਆਪਣੇ 10ਵੇਂ ਗੁਰੂ ਤੋਂ, ਗੁਰੂ ਗੋਬਿੰਦ ਸਿੰਘ ਜੀ ਤੋਂ। ਅਸੀਂ ਆਪਣੀ ਲਾਸਟ ਕਲਾਸ 'ਚ ਗੱਲ ਕੀਤੀ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਨੇ ਕਸ਼ਮੀਰੀ ਪੰਡਤਾਂ ਦਾ ਉਥਾਨ ਕਰਨ ਦੇ ਲਈ, ਉਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ, ਤਾਂ ਜਾਣ ਤੋਂ ਪਹਿਲਾਂ ਉਹ ਇਹ ਡਿਕਲੇਅਰ ਕਰਕੇ ਜਾਂਦੇ ਨੇ ਕਿ ਸਿੱਖਾਂ ਦੇ ਜੋ ਅਗਲੇ ਗੁਰੂ ਹੋਣਗੇ ਉਹ ਗੁਰੂ ਗੋਬਿੰਦ ਸਿੰਘ ਜੀ ਹੋਣਗੇ, ਜੋ ਉਦੋਂ ਸਿਰਫ ਔਰ ਸਿਰਫ 9 ਸਾਲ ਦੇ ਸੀਗੇ। ਤੇ ਗੁਰੂ ਜੀ ਦੀ ਲਾਈਫ ਨੂੰ ਸਮਝਣ ਦੇ ਲਈ, ਉਹਨਾਂ ਦੀ ਸਾਰੀ ਬੈਟਲਸ ਨੂੰ ਦੇਖਣ ਦੇ ਲਈ ਅਸੀਂ ਉਹਨੂੰ 2 ਪਾਰਟਸ ਦੇ ਵਿੱਚ, 2 ਫੇਜ਼ਸ ਦੇ ਵਿੱਚ ਡਿਵਾਈਡ ਕਰਕੇ ਦੇਖਾਂਗੇ, ਪ੍ਰੀ ਤੇ ਪੋਸਟ ਖਾਲਸਾ। ਤੇ ਸਭ ਤੋਂ ਪਹਿਲਾਂ ਚੀਜ਼ ਆਉਂਦੀ ਹੈ ਪ੍ਰੀ ਖਾਲਸਾ। ਪ੍ਰੀ ਖਾਲਸਾ ਪੀਰੀਅਡ ਦੇ ਵਿੱਚ ਹਲੇ ਸਿਰਫ ਔਰ ਸਿਰਫ ਕੀ ਚੀਜ਼ ਹੋ ਰਹੀ ਹੈ, ਗੁਰੂ ਜੀ ਹਲੇ ਚੀਜ਼ਾਂ ਨੂੰ ਦੇਖ ਰਹੇ ਨੇ ਕਿ ਕਿਸ ਤਰੀਕੇ ਦਾ ਇੱਕ ਸੋਸ਼ੋ ਪੋਲੀਟੀਕਲ ਇਨਵਾਇਰਨਮੈਂਟ ਜੋ ਹੈ ਉਹ ਕ੍ਰੀਏਟ ਹੋਇਆ ਹੋਇਆ ਪੂਰੇ ਦੇਸ਼ ਦੇ ਵਿੱਚ। ਕਿਸ ਤਰੀਕੇ ਦੇ ਨਾਲ ਜੋ ਇਹ ਮੁਗਲਸ ਨੇ ਇਹ ਹੁਣ ਲੋਕਾਂ ਦਾ ਧਰਮ ਪਰਿਵਰਤਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੋਲੀਟੀਕਲੀ ਵੀ ਉਹ ਲੋਕਾਂ ਦੀ ਕੋਈ ਵੈਲਫੇਅਰ ਬਾਰੇ ਨਹੀਂ ਸੋਚ ਰਹੇ, ਉਹਨਾਂ ਦਾ ਕੁਝ ਭਲਾ ਕਰਨ ਦੇ ਲਈ ਨਹੀਂ ਸੋਚ ਰਹੇ। ਤੇ ਇੱਕ ਰਿਲੀਜੀਅਸ ਟਿਰਨੀ ਜੋ ਹੈ ਉਹ ਵੀ ਨਾਲ ਨਾਲ ਚੱਲ ਰਹੀ ਹੈ। ਉਹ ਲੋਕਾਂ ਤੋਂ ਜ਼ਬਰਨ ਜੋ ਹੈ ਇਸਲਾਮ ਕਬੂਲ ਕਰਵਾ ਰਹੇ ਨੇ, ਉਹਨਾਂ ਦਾ ਧਰਮ ਬਦਲੀ ਕਰਵਾ ਰਹੇ ਨੇ। ਤੇ ਜਿੱਥੇ ਲੋਕੀ ਇਸ ਚੀਜ਼ ਨੂੰ ਰੈਜ਼ਿਸਟ ਕਰਦੇ ਸੀ, ਇਹਨੂੰ ਨਹੀਂ ਸੀ ਮੰਨਦੇ, ਤਾਂ ਉੱਥੇ ਉਹਨਾਂ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਮਾਰਿਆ ਜਾ ਰਿਹਾ ਸੀ। ਤਾਂ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਗੁਰੂ ਜੀ ਨੇ ਲਾਸਟ ਦੇ ਵਿੱਚ ਇਹ ਫੈਸਲਾ ਲਿੱਤਾ ਕਿ ਸਿਰਫ ਹੁਣ ਇੱਥੇ ਇੱਕ ਗੁਰੂ ਦੀ ਜ਼ਰੂਰਤ ਨਹੀਂ ਹੈ, ਗੁਰੂ ਦੇ ਨਾਲ ਨਾਲ ਇੱਕ ਸੋਲਜਰ ਦੀ ਵੀ ਜ਼ਰੂਰਤ ਹੈ ਕਿ ਜੋ ਇੱਕ ਇਸ ਤਰੀਕੇ ਦੀ ਪਰਸਨੈਲਿਟੀ ਅਸੀਂ ਡਿਵੈਲਪ ਕਰੀਏ ਕਿ ਗੁਰੂ ਜੋ ਇੱਕ ਰੱਬੀ ਗਿਆਨ ਹੈ ਉਹ ਵੀ ਨਾਲ ਨਾਲ ਦੇ ਕੇ ਅਸੀਂ ਗਰੀਬਾਂ ਦੀ, ਮਜ਼ਲੂਮਾਂ ਦੀ ਜੋ ਰਾਖੀ ਹੈ ਉਹਦਾ ਜ਼ਿੰਮਾ ਵੀ ਸਾਡੇ ਸਿਰ ਹੋਣਾ ਚਾਹੀਦਾ। ਤੇ ਇਹ ਟ੍ਰੈਡੀਸ਼ਨ ਅਸੀਂ ਦੇਖਿਆ ਸੀਗਾ ਕਿ ਕਿਹੜੇ ਗੁਰੂ ਸਾਹਿਬਾਨ ਦੇ ਟਾਈਮ ਦੇ ਵਿੱਚ ਸ਼ੁਰੂ ਹੁੰਦਾ ਹੈ, ਗੁਰੂ ਹਰਗੋਬਿੰਦ ਰਾਏ ਜੀ ਦੇ ਟਾਈਮ ਤੇ। ਉਹਨਾਂ ਨੇ ਮਿਲਟਰਾਈਜੇਸ਼ਨ ਆਫ ਸਿੱਖਸ ਅਸੀਂ ਦੇਖਿਆ ਸੀ ਕਿ ਉੱਥੋਂ ਸ਼ੁਰੂ ਹੋਈ ਤੇ ਉਸੇ ਚੀਜ਼ ਨੂੰ ਅੱਗੇ ਕੈਰੀ ਫਾਰਵਰਡ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਹੁਣ ਇਹੀ ਫੈਸਲਾ ਲਿੱਤਾ ਕਿ ਹੁਣ ਸਾਨੂੰ ਹਥਿਆਰ ਜੋ ਹੈ ਚੱਕ ਕੇ ਇਹਨਾਂ ਦਾ ਸਾਹਮਣਾ ਕਰਨਾ ਪਏਗਾ, ਜੋ ਮਜ਼ਲੂਮ ਨੇ ਉਹਨਾਂ ਦੀ ਰਾਖੀ ਕਰਨੀ ਪਏਗੀ। ਹੁਣ ਬੈਟਲਸ ਦਾ ਕਾਰਨ ਕੀ ਬਣਦਾ ਹੈ ਕਿ ਬੈਟਲਸ ਦੀ ਸ਼ੁਰੂਆਤ ਹੁੰਦੀ ਕਿੱਥੋਂ ਹੈ, ਕਿਸ ਤਰੀਕੇ ਦੇ ਨਾਲ ਕੋਈ ਕਨਫਲਿਕਟ ਜੋ ਹੈ ਉਹ ਕ੍ਰੀਏਟ ਹੁੰਦਾ ਹੈ ਕਿਸੇ ਦੇ ਨਾਲ। ਤਾਂ ਟਸਲ ਜਾਂ ਕਨਫਲਿਕਟ ਜੋ ਹੈ ਉਹ ਭੀਮ ਚੰਦ ਦੇ ਨਾਲ ਸ਼ੁਰੂ ਹੋਏਗਾ, ਜੋ ਕਿ ਇੱਕ ਬੇਸ ਬਣਦਾ ਹੈ ਸਭ ਤੋਂ ਪਹਿਲਾਂ ਪ੍ਰੀ ਖਾਲਸਾ ਪੀਰੀਅਡ ਦੀਆਂ ਬੈਟਲਸ ਦਾ। ਭੀਮ ਚੰਦ ਹੁਣ ਹੈ ਕੌਣ ਸੀ, ਕਿਉਂਕਿ ਜਦੋਂ ਗੁਰੂ ਜੀ ਹਲੇ ਅਨੰਦਪੁਰ ਸਾਹਿਬ ਵਿਖੇ ਰਹਿੰਦੇ ਸੀ ਤਾਂ ਅਨੰਦਪੁਰ ਸਾਹਿਬ ਦੀ ਜੋ ਟੈਰੀਟਰੀ ਹੈ ਉਹ ਰਾਜਾ ਭੀਮ ਚੰਦ ਦੇ ਰਾਜ ਦੇ ਅੰਦਰ ਆ ਰਹੀ ਸੀ। ਰਾਜਾ ਭੀਮ ਚੰਦ ਜੋ ਕਿ ਬਿਲਾਸਪੁਰ ਦਾ ਰਾਜਾ ਸੀਗਾ, ਤੇ ਬਿਲਾਸਪੁਰ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਅੱਜ ਦੇ ਟਾਈਮ ਦੇ ਵਿੱਚ। ਤੇ ਉਸ ਟਾਈਮ ਉਹ ਪੰਜਾਬ ਦਾ ਹੀ ਇੱਕ ਹਿੱਸਾ ਸੀਗਾ, ਪੰਜਾਬ ਦਾ ਇੱਕ ਪਾਰਟ ਸੀਗਾ, ਤੇ ਇਹਨੂੰ ਹਿਲ ਰਾਜੇ ਦੇ ਨਾਮ ਦੇ ਨਾਲ ਅਸੀਂ ਜਾਣਦੇ ਸੀਗੇ ਕਿ ਪਹਾੜੀ ਰਾਜੇ ਸੀ ਉਹ। ਦੈਨ ਉਸ ਤੋਂ ਬਾਅਦ ਜਦੋਂ ਹਲੇ ਗੁਰੂ ਜੀ ਇੱਥੇ ਰਹਿ ਰਹੇ ਸੀਗੇ ਤਾਂ ਉਹਨਾਂ ਨੇ ਆਪਣੀ ਇੱਕ ਆਰਮੀ, ਕਿਉਂਕਿ ਅਸੀਂ ਉੱਪਰ ਦੇਖਿਆ ਕਿ ਉਹ ਸੇਂਟ ਸੋਲਜਰ ਇੱਕ ਪਰਸਨੈਲਿਟੀ ਜੋ ਹੈ ਕ੍ਰੀਏਟ ਕਰਨ ਦੀ ਇੱਥੇ ਕੋਸ਼ਿਸ਼ ਹੋ ਰਹੀ ਸੀ। ਮਿਲਟਰਾਈਜੇਸ਼ਨ ਆਫ ਸਿੱਖ ਜੋ ਪ੍ਰਥਾ ਹਰਗੋਬਿੰਦ ਜੀ ਦੇ ਟਾਈਮ ਦੇ ਵਿੱਚ ਸ਼ੁਰੂ ਹੋਈ, ਇਸੀ ਨੂੰ ਹੀ ਅੱਗੇ ਕੈਰੀ ਫਾਰਵਰਡ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਵੀ ਹੁਣ ਆਪਣੀ ਸਾਰੀ ਦੇ ਸਾਰੇ ਜੋ ਆਰਮੀ ਨਾਲ ਦੀ ਪਰਸਨਲ ਸੀਗੇ ਉਹਨਾਂ ਨੂੰ ਘੁੜਸਵਾਰੀ, ਤੀਰਅੰਦਾਜ਼ੀ, ਤਲਵਾਰ ਚਲਾਉਣਾ, ਇਹ ਸਾਰੀ ਚੀਜ਼ਾਂ ਜੋ ਨੇ ਸਿਖਾ ਰਹੇ ਸੀ। ਤੇ ਮੇਨ ਜੋ ਇੱਕ ਬੋਲ ਆਫ ਕੰਟੈਂਸ਼ਨ ਜੋ ਹੈ ਉਹਨਾਂ ਦੇ ਵਿੱਚ ਕਿਹੜੀ ਚੀਜ਼ ਬਣਦੀ ਹੈ ਕਿ ਮਿਡ 1680s ਦੇ ਵਿੱਚ ਗੁਰੂ ਜੀ ਨੇ ਇੱਕ ਵਾਰ ਡਰਮ ਜੋ ਹੈ ਉਹ ਕੰਸਟਰਕਟ ਕਰਵਾਇਆ। ਵਾਰ ਡਰਮ ਕੀ, ਜਿਹਨੂੰ ਕਿ ਬਾਅਦ ਦੇ ਵਿੱਚ ਨਾਮ ਦਿੱਤਾ ਗਿਆ ਰਣਜੀਤ ਨਗਾੜਾ। ਤੇ ਵਾਰ ਡਰਮ ਉਸ ਟਾਈਮ ਦੇ ਵਿੱਚ ਸਿਰਫ ਔਰ ਸਿਰਫ ਕੌਣ ਰੱਖ ਸਕਦਾ ਸੀ, ਰਾਜੇ ਰੱਖ ਸਕਦੇ ਸੀ, ਰੂਲਰ ਰੱਖ ਸਕਦੇ ਸੀ, ਐਮਪਰਰ ਰੱਖ ਸਕਦੇ ਸੀ। ਆਮ ਹੋਰ ਕਿਸੇ ਕੋਲ ਇਹ ਹੱਕ ਨਹੀਂ ਸੀ ਕਿ ਉਹ ਇਹ ਚੀਜ਼ ਕਰ ਸਕਣ। ਪਰ ਅਸੀਂ ਦੇਖਿਆ ਕਿ ਸੇਮ ਸੋਲਜਰ ਦੇ ਵਿੱਚ ਉਹ ਇੱਕ ਰੂਲਰ ਦੀ ਤਰ੍ਹਾਂ ਜੋ ਹੈ ਇੱਕ ਰੋਲ ਪਲੇ ਕਰਨਾ ਚਾਹੁੰਦੇ ਸੀਗੇ ਤਾਂ ਕਿ ਲੋਕਾਂ ਦੇ ਵਿੱਚ ਇੱਕ ਜਸਟਿਸ ਜੋ ਹੈ ਉਹ ਉਹਨਾਂ ਨੂੰ ਡਿਲੀਵਰ ਕਰ ਸਕਣ। ਤਾਂ ਜਦ ਇਹ ਚੀਜ਼ ਹੁੰਦੀ ਹੈ, ਰਣਜੀਤ ਨਗਾੜਾ ਜੋ ਹੈ ਉਹਨੂੰ ਵਰਤਿਆ ਜਾਂਦਾ ਹੈ, ਇਹ ਪ੍ਰਥਾ ਜੋ ਹੈ ਸ਼ੁਰੂ ਕਰ ਦਿੱਤੀ ਜਾਂਦੀ ਹੈ। ਤੇ ਇਹ ਚੀਜ਼ ਦੇ ਨਾਲ ਰਾਜਾ ਭੀਮ ਚੰਦ ਜੋ ਹੈ ਉਹਨੂੰ ਲੱਗਿਆ ਕਿ ਇਹਨਾਂ ਨੇ ਮੇਰੀ ਤੋਹੀਨ ਕੀਤੀ ਹੈ। ਤਾਂ ਇੱਥੋਂ ਹੀ ਜੋ ਇੱਕ ਕਨਫਲਿਕਟ ਹੈ ਉਹ ਅਰਾਈਜ਼ ਹੋ ਜਾਂਦਾ ਹੈ, ਸ਼ੁਰੂ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਅਪ੍ਰੈਲ 1685 ਦੇ ਵਿੱਚ ਗੁਰੂ ਜੀ ਨੂੰ ਇੱਕ ਇਨਵੀਟੇਸ਼ਨ ਆਉਂਦਾ ਹੈ ਸਿਰਮੌਰ ਦੇ ਰਾਜੇ ਦਾ। ਸਿਰਮੌਰ ਜੋ ਵੀ ਅੱਜ ਦੇ ਪ੍ਰੈਜ਼ੈਂਟ ਹਿਮਾਚਲ ਪ੍ਰਦੇਸ਼ ਦੀ ਇੱਕ ਡਿਸਟ੍ਰਿਕਟ ਹੈ ਸਿਰਮੌਰ। ਤਾਂ ਸਿਰਮੌਰ ਦਾ ਰਾਜਾ ਸੀ ਰਾਜਾ ਮਤ ਪ੍ਰਕਾਸ਼ ਜਾਂ ਰਾਜਾ ਮੇਦਨੀ ਪ੍ਰਕਾਸ਼, ਠੀਕ ਹੈ, ਦੋਨਾਂ ਚੋਂ ਕੋਈ ਵੀ ਨਾਂ ਜੋ ਹੈ ਤੁਹਾਨੂੰ ਆ ਸਕਦਾ ਹੈ। ਤਾਂ ਸਿਰਮੌਰ ਸਟੇਟ ਦੇ ਵਿੱਚ ਉਹਨੇ ਗੁਰੂ ਜੀ ਨੂੰ ਇਨਵੀਟੇਸ਼ਨ ਦਿੱਤਾ ਤੇ ਗੁਰੂ ਜੀ ਨੇ ਜੋ ਹੈ ਉੱਥੇ ਜਾ ਕੇ ਰਹਿਣਾ ਸ਼ੁਰੂ ਕੀਤਾ ਪੌਂਟਾ ਦੇ ਵਿੱਚ, ਜਿਹਨੂੰ ਕਿ ਅੱਜ ਅਸੀਂ ਪੌਂਟਾ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਹਾਂ। ਨੈਕਸਟ ਅਸੀਂ ਗੱਲ ਕਰਦੇ ਹਾਂ ਬੈਟਲਸ ਦੇ ਬਾਰੇ।
ਸਿਰਫ ਰਾਜਾ ਭੀਮ ਚੰਦ ਹੀ ਨਹੀਂ ਬਲਕਿ ਜਦੋਂ ਗੁਰੂ ਜੀ ਪੌਂਟਾ ਸਾਹਿਬ ਵਿਖੇ ਜਾ ਕੇ ਰਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਤਾਂ ਉੱਥੇ ਹੋਰ ਵੀ ਜਿੰਨੇ ਵੀ ਪਹਾੜੀ ਰਾਜੇ ਸੀਗੇ ਉਹ ਸਾਰੇ ਹੀ ਗੁਰੂ ਜੀ ਤੋਂ ਜੈਲਸ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਗੁਰੂ ਜੀ ਦੀ ਇੱਕ ਜੋ ਫੋਲੋਇੰਗ ਸੀ ਉਹ ਵੱਧ ਰਹੀ ਸੀ, ਉਹਨਾਂ ਦਾ ਇਨਫਲੂਐਂਸ ਜੋ ਸੀ ਲੋਕਾਂ ਦੇ ਉੱਤੇ ਉਹ ਜ਼ਿਆਦਾ ਵੱਧ ਰਿਹਾ ਸੀਗਾ। ਤੇ ਉਹਨਾਂ ਦੀ ਮਾਰਸ਼ਲ ਐਕਸਰਸਾਈਜ਼ਸ ਨੂੰ ਦੇਖਦੇ ਹੋਏ ਕਿ ਕਿਸ ਤਰੀਕੇ ਨਾਲ ਉਹ ਆਪਣੇ ਲੋਕਾਂ ਨੂੰ ਟ੍ਰੇਨ ਕਰ ਰਹੇ ਨੇ, ਉਹਨਾਂ ਨੂੰ ਘੁੜਸਵਾਰੀ ਸਿਖਾ ਰਹੇ ਨੇ, ਉਹਨਾਂ ਨੂੰ ਤੀਰਅੰਦਾਜ਼ੀ ਸਿਖਾ ਰਹੇ ਨੇ। ਤਾਂ ਇਹ ਸਾਰੀ ਚੀਜ਼ਾਂ ਦੇਖਦੇ ਹੋਏ ਕਿ ਇੱਕ ਇਨਸਿਕਿਉਰਿਟੀ ਜੋ ਹੈ ਸਾਰਿਆਂ ਦੇ ਅੰਦਰ, ਸਾਰੇ ਪਹਾੜੀ ਰਾਜਿਆਂ ਦੇ ਅੰਦਰ ਡਿਵੈਲਪ ਹੋ ਜਾਂਦੀ ਹੈ ਤੇ ਇੱਥੋਂ ਹੁਣ ਬੈਟਲਸ ਸ਼ੁਰੂ ਹੁੰਦੀਆਂ ਨੇ। ਤਾਂ ਸਭ ਤੋਂ ਪਹਿਲੀ ਬੈਟਲ ਜੋ ਹੈ ਉਹ ਗੁਰੂ ਜੀ ਦੀ ਕਿਹੜੀ ਸੀਗੀ? ਬੈਟਲ ਆਫ ਭੰਗਾਣੀ, ਹਿਮਾਚਲ ਪ੍ਰਦੇਸ਼ 1688 ਦੇ ਵਿੱਚ ਹੋਈ ਸੀ, ਜਿਹਦੇ ਵਿੱਚ ਕਿ ਇੱਕ ਸਾਈਡ ਗੁਰੂ ਜੀ ਸੀਗੇ ਤੇ ਦੂਜੀ ਸਾਈਡ ਪਹਾੜੀ ਰਾਜਿਆਂ ਨੇ ਅਲਾਇੰਸ ਕੀਤਾ ਹੋਇਆ ਸੀ, ਜਿਹਦੇ ਵਿੱਚ ਕਿ ਭੀਮ ਚੰਦ ਤੇ ਫਤਿਹ ਸ਼ਾਹ ਜਾਂ ਫਤਿਹ ਚੰਦ ਸੀਗਾ। ਤਾਂ ਉਹਨਾਂ ਨੇ ਮਿਲ ਕੇ ਗੁਰੂ ਜੀ ਤੇ ਅਟੈਕ ਕੀਤਾ ਤੇ ਗੁਰੂ ਜੀ ਨੇ ਉਹਨਾਂ ਦੋਨਾਂ ਨੂੰ ਹੀ ਹਰਾਇਆ। ਤੇ ਇਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਭੀਮ ਚੰਦ ਜੋ ਸੀਗਾ ਉਹਦੇ ਮਨ ਦੇ ਵਿੱਚ ਇਸ ਬੈਟਲ ਤੋਂ ਬਾਅਦ ਉਹਦੇ ਮਨ 'ਚ ਬਹੁਤ ਜ਼ਿਆਦਾ ਰਿਸਪੈਕਟ ਜੋ ਹੈ ਗੁਰੂ ਜੀ ਦੇ ਲਈ ਉਹ ਪੈਦਾ ਹੋ ਜਾਂਦੀ ਹੈ ਤੇ ਹੁਣ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਥੋੜਾ ਜਿਹਾ ਫਰੈਂਡਲੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸ ਕਰਕੇ ਹੁਣ ਗੁਰੂ ਜੀ ਆਪਣੇ ਅਨੰਦਪੁਰ ਸਾਹਿਬ ਵਿਖੇ ਜਿਵੇਂ ਉਹ ਪਹਿਲਾਂ ਰਹਿੰਦੇ ਸੀ ਉੱਥੇ ਹੀ ਵਾਪਸ ਚਲੇ ਜਾਂਦੇ ਨੇ। ਤੇ ਸਾਡੇ ਕੋਲ ਸੋਰਸ ਕੀ ਹੈ, ਕਿੱਥੋਂ ਸਾਨੂੰ ਇਹ ਸਾਰੀ ਬੈਟਲ ਬਾਰੇ ਜਾਂ ਗੁਰੂ ਜੀ ਵਾਪਸ ਗਏ ਜਾਂ ਜਿਹੜਾ ਇਹ ਪਹਾੜੀ ਰਾਜੇ ਦੀ ਅਸੀਂ ਗੱਲ ਕਰ ਰਹੇ ਹਾਂ, ਭੀਮ ਚੰਦ ਦੀ ਗੱਲ ਕਰ ਰਹੇ ਹਾਂ ਕਿ ਉਹਦਾ ਜੋ ਹਿਰਦਾ ਪਰਿਵਰਤਨ ਹੈ ਉਹ ਹੋਇਆ, ਉਹ ਕਿੱਥੋਂ ਪਤਾ ਚੱਲਦਾ ਹੈ? ਬਚਿੱਤਰ ਨਾਟਕ ਤੋਂ ਪਤਾ ਚੱਲਦਾ ਹੈ। ਬਚਿੱਤਰ ਨਾਟਕ ਜੋ ਕਿ ਗੁਰੂ ਜੀ ਦੀ ਹੀ ਰਚਨਾ ਹੈ, ਚੈਪਟਰ 8 ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਬਾਰੇ ਮੈਂਸ਼ਨ ਕੀਤਾ ਹੋਇਆ। ਤੇ ਜਦੋਂ ਗੁਰੂ ਜੀ ਵਾਪਸ ਚਲੇ ਜਾਂਦੇ ਨੇ, ਅਨੰਦਪੁਰ ਸਾਹਿਬ ਵਿਖੇ ਚਲੇ ਜਾਂਦੇ ਨੇ, ਤਾਂ ਉੱਥੇ ਪਹੁੰਚ ਕੇ ਉਹ 4 ਫੋਰਟਸ ਬਣਵਾਉਂਦੇ ਨੇ, ਕਿਲੇ ਬਣਵਾਏ। ਕਿਹੜੇ ਕਿਹੜੇ ਕਿਲੇ ਬਣਵਾਏ? ਆਨੰਦਗੜ੍ਹ, ਲੋਹਗੜ੍ਹ, ਕੇਸ਼ਗੜ੍ਹ ਤੇ ਫਤਿਹਗੜ੍ਹ। ਉਸ ਤੋਂ ਬਾਅਦ ਨੈਕਸਟ ਬੈਟਲ ਆਉਂਦੀ ਹੈ ਬੈਟਲ ਆਫ ਨਦਾਓ। ਨਦਾਓ ਵੀ ਹਿਮਾਚਲ ਪ੍ਰਦੇਸ਼ 1690, ਠੀਕ ਹੈ। ਅੱਜ ਦੇ ਟਾਈਮ ਤੇ ਅਸੀਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰ ਰਹੇ ਹਾਂ, ਉਸ ਟਾਈਮ ਉਹ ਸਾਰਾ ਇਕੱਠਾ ਸੀ, ਕੰਸੋਲੀਡੇਟਿਡ ਫਾਰਮ ਦੇ ਵਿੱਚ ਸੀਗਾ। ਇਹਦੇ ਵਿੱਚ ਵੀ ਇੱਕ ਪਾਸੇ ਹੁਣ ਜਿਵੇਂ ਅਸੀਂ ਦੇਖਿਆ ਕਿ ਭੀਮ ਚੰਦ ਜੋ ਹੈ ਹੁਣ ਉਹ ਗੁਰੂ ਜੀ ਨੂੰ ਰਿਸਪੈਕਟ ਕਰ ਰਿਹਾ ਸੀ ਤਾਂ ਗੁਰੂ ਜੀ ਦੇ ਨਾਲ ਉਹ ਮਿਲ ਚੁੱਕਿਆ ਸੀ। ਤਾਂ ਹੁਣ ਜਿਹੜਾ ਇਹ ਬੈਟਲ ਹੋਈ ਕਿਹਨਾਂ ਦੇ ਵਿੱਚ ਹੋਈ ਕਿ ਇੱਕ ਸਾਈਡ ਦੇ ਵਿੱਚ ਗੁਰੂ ਜੀ ਨੇ ਤੇ ਉਹਨਾਂ ਦੇ ਨਾਲ ਹਿੱਲੀ ਰਾਜੇ, ਪਹਾੜੀ ਰਾਜੇ ਨੇ ਭੀਮ ਚੰਦ ਤੇ ਹੋਰ ਨਾਲ ਮਿਲੇ ਹੋਏ ਸੀ, ਤੇ ਦੂਜੇ ਆਪੋਜੀਸ਼ਨ ਦੇ ਵਿੱਚ ਕੌਣ ਸੀ? ਮੀਆਂ ਖਾਨ ਤੇ ਆਲਿਫ ਖਾਨ, ਠੀਕ ਹੈ। ਤਾਂ ਇਹ ਜਿਹੜੇ ਮੁਗਲ ਸੀਗੇ ਇਹ ਇੱਕ ਦੂਜੀ ਸਾਈਡ ਤੇ ਸੀ, ਤਾਂ ਇਹਨਾਂ ਦੋਨਾਂ ਦੇ ਵਿੱਚ ਇਹ ਬੈਟਲ ਹੁੰਦੀ ਹੈ ਤੇ ਲਾਸਟ ਦੇ ਵਿੱਚ ਜਿਹੜੀ ਜਿੱਤ ਹੁੰਦੀ ਹੈ ਉਹ ਕਿਹਦੀ ਹੁੰਦੀ ਹੈ? ਗੁਰੂ ਜੀ ਦੀ ਤੇ ਉਹਨਾਂ ਦੇ ਅਲਾਇੰਸ ਦੀ। ਤੇ ਇਹਦੇ ਵਿੱਚ ਇਸ਼ੂ ਜੇ ਅਸੀਂ ਗੱਲ ਕਰੀਏ ਕਿ ਇਸ਼ੂ ਕੀ ਸੀਗਾ, ਤਾਂ ਇਸ਼ੂ ਮੇਨ ਇਹਦੇ ਵਿੱਚ ਇਹ ਸੀ ਕਿ ਮੁਗਲਸ ਜੋ ਨੇ ਉਹ ਚਾਹੁੰਦੇ ਸੀ ਕਿ ਐਨੂਅਲ ਟ੍ਰਿਬਿਊਟ ਜੋ ਹੈ ਉਹ ਮੁਗਲਸ ਨੂੰ ਪੇ ਕੀਤਾ ਜਾਏ, ਪਰ ਗੁਰੂ ਜੀ ਨੇ ਇਹ ਮਨਾ ਕਰਤਾ ਸੀ ਕਿ ਅਸੀਂ ਕਿਸੇ ਵੀ ਤਰੀਕੇ ਦਾ ਇੱਕ ਅਨਜਸਟ ਟੈਕਸ ਜੋ ਹੈ ਉਹ ਅਸੀਂ ਪੇ ਨਹੀਂ ਕਰਾਂਗੇ। ਨੈਕਸਟ ਤੇ ਲਾਸਟ ਬੈਟਲ ਜੋ ਹੈ ਪ੍ਰੀ ਖਾਲਸਾ ਪੀਰੀਅਡ ਦੀ, ਉਹ ਹੈ ਬੈਟਲ ਆਫ ਗੁਲੇਰ 1696। ਤੇ ਇਸ ਬੈਟਲ ਦੇ ਵਿੱਚ ਇੱਕ ਸਾਈਡ ਤੇ ਗੁਰੂ ਜੀ ਸੀਗੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਕੌਣ ਦੇ ਰਿਹਾ ਸੀ? ਗੁਰੂ ਜੀ ਦਾ ਹਿੰਦੂ ਕਿੰਗ ਸੀਗਾ ਗੁਲੇਰ ਰੀਜਨ ਦਾ। ਗੁਲੇਰ ਰੀਜਨ ਵੀ ਅਗੇਨ ਕਿੱਥੇ ਹੈ? ਹਿਮਾਚਲ ਪ੍ਰਦੇਸ਼, ਠੀਕ ਹੈ। ਇੱਥੇ ਪਹਾੜੀ ਰਾਜੇ ਜੋ ਨੇ ਉਹ ਹੈਲਪ ਵੀ ਕਰ ਰਹੇ ਨੇ। ਸਟਾਰਟਿੰਗ ਦੇ ਵਿੱਚ ਅਸੀਂ ਦੇਖਿਆ ਟਸਲ ਵੀ ਉਹਦੇ ਨਾਲੋਂ ਹੀ ਸ਼ੁਰੂ ਹੁੰਦਾ ਹੈ, ਪਹਾੜੀ ਰਾਜਿਆਂ ਨਾਲੋਂ ਹੀ, ਤੇ ਬਾਅਦ ਚੋਂ ਜੋ ਇੱਕ ਫਰੈਂਡਲੀ ਰਿਲੇਸ਼ਨਸ਼ਿਪ ਹੈ ਉਹ ਵੀ ਉਹਨਾਂ ਦੇ ਨਾਲ ਐਸਟੈਬਲਿਸ਼ ਹੋ ਗਿਆ ਤੇ ਹੁਣ ਉਹ ਹੈਲਪ ਵੀ ਕਰ ਰਹੇ ਨੇ ਅੱਗੇ ਮੁਗਲ ਐਂਪਰਰਸ ਦੇ ਨਾਲ ਲੜਨ ਦੇ ਲਈ, ਠੀਕ ਹੈ। ਤੇ ਉਹਨਾਂ ਨੇ ਹਰਾਇਆ ਕਿਹਨੂੰ? ਮੁਸਲਿਮ ਕਮਾਂਡਰ ਸੀ ਦਿਲਾਵਰ ਖਾਨ, ਉਹਨਾਂ ਦਾ ਅੱਗੇ ਬੇਟਾ ਸੀ ਰੁਸਤਮ ਖਾਨ। ਤਾਂ ਉਹ ਗੁਰੂ ਜੀ ਤੇ ਅਟੈਕ ਕਰਨ ਦੇ ਲਈ ਆਇਆ, ਤਾਂ ਉਹਨਾਂ ਦੋਨਾਂ ਦੇ ਵਿੱਚ ਜਿਹੜੀ ਇਹ ਬੈਟਲ ਹੋਈ ਉਹਦੇ ਵਿੱਚ ਗੁਰੂ ਜੀ ਨੇ ਰੁਸਤਮ ਖਾਨ ਨੂੰ ਹਰਾਇਆ। ਤੇ ਬਾਅਦ ਦੇ ਵਿੱਚੋਂ ਇੱਕ ਪਠਾਨਕੋਟ ਦੇ ਲਾਗੇ ਵੀ ਇੱਕ ਬੈਟਲ ਹੁੰਦੀ ਹੈ ਤੇ ਉੱਥੇ ਜੋ ਮੁਗਲਾਂ ਦਾ ਜਨਰਲ ਸੀ ਹੁਸੈਨ ਖਾਨ, ਉੱਥੇ ਉਹਨੂੰ ਹਰਾਇਆ ਗਿਆ ਤੇ ਉਹਨੂੰ ਮਾਰਿਆ ਗਿਆ। ਤੇ ਇਸੇ ਤਰੀਕੇ ਦੇ ਨਾਲ ਇਹ ਪ੍ਰੀ ਖਾਲਸਾ ਜੋ ਫੇਜ਼ ਹੈ ਉਹਦੇ ਵਿੱਚ ਇਹ ਇੰਪੋਰਟੈਂਟ ਬੈਟਲਸ ਹੁੰਦੀਆਂ ਨੇ। ਇਸ ਤੋਂ ਬਾਅਦ ਹੁਣ ਖਾਲਸਾ ਪੰਥ ਦੀ ਸਥਾਪਨਾ ਹੋਏਗੀ ਤੇ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਫਿਰ ਫਰਦਰ ਜੋ ਹੋਰ ਬੈਟਲਸ ਨੇ ਉਹ ਸ਼ੁਰੂ ਹੁੰਦੀਆਂ ਨੇ। ਹਾਲਾਂਕਿ ਗੁਰੂ ਜੀ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਫੇਵਰ ਕਰਦੇ ਸੀ ਕਿ ਆਰਮਡ ਟ੍ਰੇਨਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ ਉਹਨਾਂ ਦੇ ਫੋਲੋਅਰਸ ਦੇ ਲਈ। ਕਿਉਂਕਿ ਜਿਸ ਤਰੀਕੇ ਦਾ ਪੋਲੀਟੀਕਲ ਤੇ ਰਿਲੀਜੀਅਸ ਸਪਰੈਸ਼ਨ ਜੋ ਮੁਗਲ ਅੰਪਾਇਰ ਦੇ ਟਾਈਮ ਪੀਰੀਅਡ ਦੇ ਵਿੱਚ ਹੋ ਰਿਹਾ ਹੈ, ਉਹਨੂੰ ਰੋਕਣ ਦੇ ਲਈ ਸਿਰਫ ਅਸੀਂ ਜ਼ੁਬਾਨੀ ਨਹੀਂ ਰੋਕ ਸਕਦੇ, ਸਾਨੂੰ ਤਲਵਾਰ ਦਾ, ਹਥਿਆਰ ਦਾ ਸਹਾਰਾ ਜੋ ਹੈ ਉਹ ਲੈਣਾ ਪਏਗਾ। ਤੇ ਇਸੇ ਆਪਣੇ ਜੋ ਇੱਕ ਆਈਡੀਓਲੋਜੀ ਸੀ, ਕੰਸੈਪਟ ਸੀ, ਉਹਨੂੰ ਇੱਕ ਹੋਰ ਕੰਕਰੀਟ ਸ਼ੇਪ ਦੇਣ ਦੇ ਲਈ ਗੁਰੂ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤੇ ਇੱਥੋਂ ਹੀ ਖਾਲਸੇ ਦਾ ਜਨਮ ਹੁੰਦਾ ਹੈ। 1699 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸਭਾ ਬੁਲਾਈ ਅਨੰਦਪੁਰ ਸਾਹਿਬ ਵਿਖੇ ਕੇਸ਼ਗੜ੍ਹ ਸਾਹਿਬ। ਕੇਸ਼ਗੜ੍ਹ ਸਾਹਿਬ ਉਹ ਇੱਕ ਸਭਾ ਬੁਲਾਉਂਦੇ ਨੇ ਵਿਸਾਖੀ ਵਾਲੇ ਦਿਨ 1699 ਦੇ ਵਿੱਚ, ਤੇ ਜਿੱਥੇ ਕਿ ਉਹ ਆਪਣੀ ਇੱਕ ਤਲਵਾਰ ਕੱਢਦੇ ਨੇ ਤੇ ਭਰੀ ਸਭਾ ਦੇ ਵਿੱਚ ਉਹ ਪੁੱਛਦੇ ਨੇ ਕਿ ਸਾਨੂੰ ਆਪਣੇ ਧਰਮ ਦੀ ਰਾਖੀ ਦੇ ਲਈ ਕੀ
ਕੋਈ ਆਪਣਾ ਸਿਰ ਦੇ ਸਕਦਾ ਹੈ, ਕੋਈ ਆਪਣੀ ਜਾਨ ਵੀ ਦੇ ਸਕਦਾ ਆਪਣੇ ਧਰਮ ਨੂੰ ਬਚਾਉਣ ਦੇ ਲਈ। ਤਾਂ ਜਦੋਂ ਗੁਰੂ ਜੀ ਐਵੇਂ ਲਲਕਾਰ ਕੇ ਪੁੱਛਦੇ ਨੇ ਤਾਂ ਸਭ ਤੋਂ ਪਹਿਲਾਂ ਉਸ ਸਾਰੀ ਸੰਗਤ ਦੇ ਵਿੱਚੋਂ ਇੱਕ ਜੋ ਵਲੰਟੀਅਰ ਸੀ ਉਹ ਖੜੇ ਹੁੰਦੇ ਨੇ, ਕੌਣ ਸੀ? ਦਇਆ ਰਾਮ। ਤੇ ਗੁਰੂ ਜੀ ਉਹਨੂੰ ਅੰਦਰ ਲੈ ਕੇ ਜਾਂਦੇ ਨੇ ਤੇ ਅੰਦਰ ਲੈ ਕੇ ਜਾ ਕੇ ਉਹ ਇੱਕ ਖੂਨ ਨਾਲ ਭਿੱਜੀ ਹੋਈ ਤਲਵਾਰ ਜੋ ਹੈ ਉਹ ਦੁਬਾਰਾ ਸਭਾ ਦੇ ਵਿੱਚ ਲੈ ਕੇ ਆਉਂਦੇ ਨੇ, ਸਿਰਫ ਇਹ ਦਿਖਾਉਣ ਦੇ ਲਈ ਕਿ ਐਕਚੁਅਲ ਦੇ ਵਿੱਚ ਜੋ ਇਨਸਾਨ ਡਰ ਰਿਹਾ ਹੈ, ਆਪਣੀ ਮੌਤ ਤੋਂ ਡਰ ਰਿਹਾ ਹੈ, ਉਹ ਆਪਣੇ ਧਰਮ ਨੂੰ ਕਿਵੇਂ ਬਚਾਏਗਾ। ਤਾਂ ਇਹ ਚੀਜ਼ ਦੇਖਦੇ ਹੋਏ ਹੋਰ ਇਸੇ ਤਰੀਕੇ ਦੇ ਨਾਲ ਰਿਪੀਟ ਕਰਕੇ ਟੋਟਲ 5 ਵਲੰਟੀਅਰਸ ਜੋ ਸੀਗੇ ਉਹ ਗੁਰੂ ਜੀ ਦੇ ਕੋਲ ਆਏ ਤੇ ਬਾਅਦ ਦੇ ਵਿੱਚ ਗੁਰੂ ਜੀ ਉਹਨਾਂ ਨੂੰ ਪ੍ਰੋਪਰ ਬਾਣਾ ਪਵਾ ਕੇ ਕੇਸਰੀ ਰੰਗ ਦੇ ਜੋ ਕੱਪੜੇ ਸੀਗੇ ਉਹਨਾਂ ਨੂੰ ਉਹ ਧਾਰਨ ਕਰਵਾ ਕੇ ਬਾਹਰ ਲੈ ਕੇ ਆਏ ਤੇ ਉਹਨਾਂ ਨੇ ਆਪਣੇ ਉਹ 5 ਵਲੰਟੀਅਰਸ ਨੂੰ ਇੰਟਰੋਡਿਊਸ ਕੀਤਾ ਸਾਰੇ ਲੋਕਾਂ ਦੇ ਸਾਹਮਣੇ ਤੇ ਨਾਮ ਦਿੱਤਾ ਕਿ ਇਹ 5 ਪਿਆਰੇ ਨੇ। ਤੇ ਉਹ 5 ਪਿਆਰੇ ਕੌਣ ਨੇ? ਕਿਉਂਕਿ ਕਈ ਵਾਰ ਇਹ ਕੁਐਸਚਨ ਪੇਪਰ ਦੇ ਵਿੱਚ ਪੁੱਛ ਲਿੱਤਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਉਹ ਗੁਰੂ ਜੀ ਦੇ ਕਹਿਣ ਦੇ ਉੱਤੇ ਕੌਣ ਆਇਆ ਸੀ ਆਪਣਾ ਸਿਰ ਦੇਣ ਦੇ ਲਈ। ਤਾਂ ਸਭ ਤੋਂ ਪਹਿਲਾਂ ਦਇਆ ਰਾਮ ਆਏ ਸੀਗੇ, ਬਾਅਦ ਦੇ ਵਿੱਚ ਉਹਨੂੰ ਭਾਈ ਦਇਆ ਸਿੰਘ ਜੋ ਹੈ ਅਸੀਂ ਹੁਣ ਕਹਿ ਕੇ ਉਹਨਾਂ ਨੂੰ ਰਿਸਪੈਕਟ ਦਿੰਦੇ ਹਾਂ, ਲਾਹੌਰ ਤੋਂ ਸੀ। ਧਰਮਦਾਸ, ਭਾਈ ਧਰਮ ਸਿੰਘ, ਅੱਜ ਦੇ ਟਾਈਮ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਸਾਰਾ ਉਹਨਾਂ ਦੇ ਪਹਿਲਾਂ ਓਰੀਜਨਲ ਨਾਮ ਨੇ ਤੇ ਬਾਅਦ ਦੇ ਵਿੱਚ 5 ਪਿਆਰੇ ਸਾਜਣ ਤੋਂ ਬਾਅਦ ਉਹਨਾਂ ਦਾ ਨਾਮ ਜੋ ਹੈ ਉਹਨਾਂ ਨੂੰ ਰਿਸਪੈਕਟ ਵਜੋਂ ਉਹਨਾਂ ਦੇ ਨਾਮ ਦੇ ਨਾਲ ਭਾਈ ਸ਼ਬਦ ਜੋ ਹੈ ਉਹ ਜੋੜਿਆ ਗਿਆ। ਹਿੰਮਤ ਰਾਏ, ਮੋਕਮ ਚੰਦ, ਸਾਹਿਬ ਚੰਦ। ਤਾਂ ਇਸੇ ਤਰੀਕੇ ਦੇ ਨਾਲ ਇਹ 5 ਪਿਆਰੇ ਜੋ ਨੇ ਉੱਥੇ ਉਹਨਾਂ ਦੀ ਸਾਜਨਾ ਹੁੰਦੀ ਹੈ ਤੇ ਇਸੇ ਤਰੀਕੇ ਦੇ ਨਾਲ ਗੁਰੂ ਜੀ ਜੋ ਨੇ ਉਹਨਾਂ ਨੂੰ ਖੰਡੇ ਦੀ ਪਹੁਲ, ਜੋ ਅਸੀਂ ਕਹਿੰਦੇ ਕਿ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ, ਖੰਡੇ ਦੀ ਪਹੁਲ ਦਿੱਤੀ ਗਈ। ਪ੍ਰਿਪਰੇਸ਼ਨ ਸੈਰੇਮਨੀ ਦੇ ਵਿੱਚ ਉਹ ਸਾਰੀ ਚੀਜ਼ਾਂ ਇਸੇ ਤਰੀਕੇ ਦੇ ਨਾਲ ਸੀ ਕਿ ਬਾਣੀ ਦਾ ਜਾਪ ਹੋਇਆ, ਬਾਣੀ ਦੇ ਜਾਪ ਹੁੰਦੇ ਹੀ ਜੋ ਉਹਨਾਂ ਨੇ ਇੱਕ ਪਾਣੀ ਦੇ ਵਿੱਚ ਪਤਾਸ਼ੇ ਘੋਲ ਕੇ ਇੱਕ ਜੋ ਮਿੱਠਾ ਸ਼ਰਬਤ ਇੱਕ ਅੰਮ੍ਰਿਤ ਤਿਆਰ ਕੀਤਾ ਤੇ ਉਹ ਅੰਮ੍ਰਿਤ ਜੋ ਹੈ ਉਹ ਸਭਨਾਂ ਨੂੰ ਪਿਲਾਇਆ ਗਿਆ। ਤੇ ਇਸੇ ਤਰੀਕੇ ਦੇ ਨਾਲ ਖਾਲਸੇ ਪੰਥ ਦੀ ਸਥਾਪਨਾ ਜੋ ਹੈ ਇੱਥੇ ਹੋ ਜਾਂਦੀ ਹੈ। ਹੁਣ ਜੋ ਇਹ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ, ਖਾਲਸਾ ਪੰਥ ਦੀ ਸਥਾਪਨਾ ਦੀ ਇੰਪੋਰਟੈਂਸ ਕੀ ਹੈ, ਇਸ ਪੂਰੇ ਇਵੈਂਟ ਦੀ ਇੰਪੋਰਟੈਂਸ ਕੀ ਸੀ ਕਿ ਐਕਚੁਅਲ ਦੇ ਵਿੱਚ ਇਹਦੇ ਵਿੱਚੋਂ ਰਿਡਿਊਸ ਕੀ ਕੀਤਾ ਗਿਆ ਕਿ ਗੁਰੂ ਜੀ ਨੇ ਸਾਹਮਣੇ ਕੀ ਰੱਖਿਆ ਲੋਕਾਂ ਦੇ। ਤਾਂ ਸਭ ਤੋਂ ਪਹਿਲਾਂ ਜੋ ਇੰਪੋਰਟੈਂਟ ਚੀਜ਼ ਹੈ ਇਹਦੇ ਵਿੱਚ ਕਿ ਉਹ ਟਰਾਂਸਪੇਰੈਂਸੀ ਜੋ ਹੈ ਉਹ ਲੈ ਕੇ ਆਏ। ਟਰਾਂਸਪੇਰੈਂਸੀ ਦੇ ਵਿੱਚ ਕੀ ਸੀ ਕਿ ਉਹਨਾਂ ਨੇ ਇੱਕ ਵਲੰਟੀਅਰ ਬੇਸਿਸ ਤੇ, ਕਿ ਇਹ ਨਹੀਂ ਹੈ ਕਿ ਕਿਸੇ ਨੂੰ ਜ਼ਬਰਨ ਜੋ ਹੈ ਕਿਹਾ ਕਿ ਮੈਂ ਇਸ ਤਰੀਕੇ ਦੀ ਫੌਜ ਤਿਆਰ ਕਰਾਂਗਾ ਤੇ ਆਪਣੇ ਧਰਮ ਦੀ ਰੱਖਿਆ ਦੇ ਲਈ ਇਹਨਾਂ ਨੂੰ ਆਪਣੀ ਜਾਨ ਵੀ ਦੇਣੀ ਪਏਗੀ, ਜ਼ਬਰਨ ਕਿਸੇ ਤੋਂ ਕੁਝ ਨਹੀਂ ਕਰਵਾਇਆ ਗਿਆ। ਵਲੰਟੀਅਰ ਬੇਸਿਸ ਤੇ ਉਹਨਾਂ ਨੇ ਬਸ ਇੱਕ ਨਾਰਾ ਦਿੱਤਾ, ਉਹਨਾਂ ਨੇ ਇੱਕ ਆਵਾਜ਼ ਲਗਾਈ ਤੇ ਉਸੇ ਆਵਾਜ਼ ਨੂੰ ਸੁਣਦੇ ਹੋਏ 5 ਪਿਆਰੇ, 5 ਜੋ ਸਿੱਖ ਸੀਗੇ, ਗੁਰੂ ਦੇ ਸਿੱਖ ਸੀਗੇ, ਉਹ ਖੜੇ ਹੋਏ ਤੇ ਆਪਣੀ ਜਾਨ ਦੇਣ ਦੇ ਲਈ, ਸਿਰ ਦੇਣ ਦੇ ਲਈ ਗੁਰੂ ਦੇ ਸਾਹਮਣੇ ਹਾਜ਼ਰ ਹੋ ਗਏ ਸੀ। ਤਾਂ ਟਰਾਂਸਪੇਰੈਂਸੀ ਜੋ ਹੈ ਇੱਥੋਂ ਦਿਖਦੀ ਹੈ ਕਿ ਆਪਣੇ ਟਰਾਂਸਪੇਰੈਂਟ ਮੈਨਰ ਦੇ ਵਿੱਚ ਪੂਰੀ ਭਰੀ ਸਭਾ ਦੇ ਵਿੱਚ ਜੋ ਹੈ ਉਹਨਾਂ ਨੇ ਇਹ ਸਾਰੀ ਚੀਜ਼ਾਂ ਨੂੰ ਕੀਤਾ। ਦੈਨ ਕੀ ਸੀਗਾ, ਇੱਕ ਨਿਊ ਸੋਸ਼ਲ ਆਇਡੈਂਟੀਟੀ ਜੋ ਹੈ ਇੱਥੇ ਕ੍ਰੀਏਟ ਹੋਈ ਕਿਉਂਕਿ ਇਸ ਦਿਨ ਤੋਂ ਬਾਅਦ ਹੀ ਗੁਰੂ ਜੀ ਨੇ ਕੀ ਕੀਤਾ, ਕਿਉਂਕਿ ਉਹ ਸਾਰੇ ਨਿਡਰ ਨੇ ਨਾ, ਨਿਡਰ ਹੋ ਕੇ ਉਹਨਾਂ ਨੇ ਅੱਗੇ ਆਏ ਬਿਨਾਂ ਡਰੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਅੱਗੇ ਗੁਰੂ ਜੀ ਉਹਨਾਂ ਦੇ ਨਾਲ ਕੀ ਕਰਨਗੇ, ਸੱਚੀ ਉਹਨਾਂ ਨੂੰ ਆਪਣੀ ਜਾਨ ਦੇਣੀ ਪਏਗੀ ਜਾਂ ਫਿਰ ਉਹਨਾਂ ਦਾ ਸੱਚੀ ਧੜ ਤੋਂ ਅਲੱਗ ਕਰ ਦਿੱਤਾ ਜਾਏਗਾ। ਬਿਨਾਂ ਡਰੇ ਉੱਥੇ ਪਹੁੰਚੇ ਤਾਂ ਗੁਰੂ ਜੀ ਨੇ ਉਹਨਾਂ ਦੇ ਨਾਮ ਦੇ ਨਾਲ ਇੱਕ ਨਵਾਂ ਸਰਨੇਮ ਜੋੜਿਆ ਜਿਹਨੂੰ ਕਿ ਸਿੰਘ ਕਿਹਾ ਜਾਂਦਾ ਹੈ, ਨਾਮ ਦੇ ਪਿੱਛੇ ਸਿੰਘ ਦੀ ਦਾਤ ਦਿੱਤੀ। ਤਾਂ ਇੱਕ ਨਵੀਂ ਸੋਸ਼ਲ ਆਇਡੈਂਟੀਟੀ ਜੋ ਹੈ ਇੱਥੇ ਕ੍ਰੀਏਟ ਕੀਤੀ। ਸੋਸ਼ਲ ਰਿਫਾਰਮ ਕਿਵੇਂ ਲੈ ਕੇ ਆਏ, ਕਿਉਂਕਿ ਅਸੀਂ ਦੇਖਿਆ ਕਿ ਜਦੋਂ ਅੰਮ੍ਰਿਤ ਉਹਨਾਂ ਨੂੰ ਛਕਾਇਆ ਗਿਆ ਕਿ ਇੱਕ ਸੇਮ ਵਾਟੇ ਦੇ ਵਿੱਚ ਅੰਮ੍ਰਿਤ ਨੂੰ ਤਿਆਰ ਕੀਤਾ ਤੇ ਸੇਮ ਹੀ ਤਰੀਕੇ ਦੇ ਨਾਲ ਗੁਰੂ ਜੀ ਨੇ ਸਾਰੇ ਵਲੰਟੀਅਰਸ ਨੂੰ, ਸਾਰੇ ਇਹ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਵਾਪਸ 'ਚ ਬਦਲੇ ਦੇ ਵਿੱਚ ਆਪ ਵੀ ਉਹਨਾਂ 5 ਪਿਆਰਿਆਂ ਕੋਲੋਂ ਅੰਮ੍ਰਿਤ ਛਕਿਆ, ਜੋ ਕਿ ਇਕੁਐਲਿਟੀ ਤੇ ਯੂਨਿਟੀ ਨੂੰ ਰਿਪਰੈਜ਼ੈਂਟ ਕਰਦਾ ਹੈ। ਯੂਨੀਫਾਰਮਿਟੀ ਐਂਡ ਮਿਊਚੁਅਲ ਫ੍ਰੈਟਰਨਿਟੀ। ਯੂਨੀਫਾਰਮਿਟੀ ਸੀਗੀ ਕਿਉਂਕਿ ਸਾਰਿਆਂ ਨੂੰ ਉਹਨਾਂ ਨੇ ਇੱਕ ਸਮਝਿਆ, ਉਹਨਾਂ ਨੇ ਕਿਸੇ ਦੀ ਜ਼ਾਤ ਨਹੀਂ ਪੁੱਛੀ, ਕਿਸੇ ਦਾ ਧਰਮ ਨਹੀਂ ਪੁੱਛਿਆ, ਸਿਰਫ ਉਹ ਅੱਗੇ ਆਏ ਨੇ ਤਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੇ ਉਹਨਾਂ ਦੇ ਵਿੱਚ ਇੱਕ ਮਿਊਚੁਅਲ ਫ੍ਰੈਟਰਨਿਟੀ, ਇੱਕ ਭਾਈਚਾਰੇ ਦੀ ਭਾਵਨਾ ਨੂੰ ਵਧਾਉਣ ਦੇ ਲਈ ਕੀ ਕੀਤਾ, ਇੱਕੋ ਵਾਟੇ ਦੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ। ਤੇ ਸਭ ਤੋਂ ਇੰਪੋਰਟੈਂਟ ਜੋ ਚੀਜ਼ ਸੀ ਉਹ ਕੀ ਸੀ ਕਿ ਇੱਕ ਨਵੀਂ ਵਾਰੀਅਰ ਕਲਾਸ ਜੋ ਹੈ ਇੱਥੋਂ ਜਨਮ ਲਿਆ ਉਹਨੇ, ਇੱਕ ਵਾਰੀਅਰ ਕਲਾਸ ਜੋ ਇੱਕ ਮਾਰਸ਼ਲ ਕਲਾਸ ਜੋ ਹੈ ਇੱਥੋਂ ਕ੍ਰੀਏਟ ਹੋ ਜਾਂਦੀ ਹੈ, ਜੋ ਕਿ ਬਹੁਤ ਜ਼ਿਆਦਾ ਪਾਵਰਫੁਲ ਸੀ। ਸਾਈਕੋਲੋਜੀਕਲ ਇਫੈਕਟ ਜੋ ਹੈ ਲੋਕਾਂ ਦੇ ਦਿਮਾਗ ਦੇ ਵਿੱਚ ਕ੍ਰੀਏਟ ਕਰਨ ਦੇ ਲਈ ਕਿ ਤੁਸੀਂ ਕੋਈ ਆਮ ਲੋਕ ਨਹੀਂ ਹੋ, ਤੁਹਾਡੇ ਅੰਦਰ ਬਹੁਤ ਜ਼ਿਆਦਾ ਬਰੇਵਰੀ ਹੈ, ਕਰੇਜ ਹੈ, ਤੁਸੀਂ ਕਿਸੇ ਵੀ ਚੀਜ਼ ਦਾ ਸਾਹਮਣਾ ਕਰ ਸਕਦੇ ਹੋ, ਤੁਹਾਨੂੰ ਕਿਸੇ ਦੇ ਸਪਰੈਸ਼ਨ ਤੋਂ ਡਰਨ ਦੀ ਲੋੜ ਨਹੀਂ ਹੈ, ਤੁਹਾਨੂੰ ਕਿਸੇ ਦੇ ਦਬਾਅ ਦੇ ਵਿੱਚ ਆ ਕੇ ਆਪਣੇ ਧਰਮ ਨੂੰ ਬਦਲੀ ਕਰਨ ਦੀ ਜ਼ਰੂਰਤ ਨਹੀਂ ਹੈ। ਤਾਂ ਇਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਕਰਕੇ ਇਹ ਜੋ ਇਵੈਂਟ ਸੀ ਖਾਲਸਾ ਪੰਥ ਦੀ ਜੋ ਸਥਾਪਨਾ ਹੋਈ 1699 ਦੇ ਵਿੱਚ, ਇਸ ਕਰਕੇ ਜੋ ਹੈ ਇਹਨੂੰ ਇੰਪੋਰਟੈਂਟ ਮੰਨਿਆ ਜਾਂਦਾ ਹੈ। ਤੇ ਇਹਨਾਂ ਸਾਰੀ ਚੀਜ਼ਾਂ ਦਾ ਜੋ ਇੱਕ ਪੋਲੀਟੀਕਲ ਇੰਪੈਕਟ ਸੀਗਾ ਉਹ ਕੀ ਪਿਆ ਕਿ ਜੋ ਹਿਲੀ ਚੀਫ ਸੀਗੇ ਉਹ ਬਹੁਤ ਜ਼ਿਆਦਾ ਇਨਸਿਕਿਉਰ ਹੋ ਗਏ ਸੀਗੇ ਤੇ ਉਹਨਾਂ ਨੇ ਦੁਬਾਰਾ ਹੁਣ ਭੀਮ ਚੰਦ ਦੇ ਅੰਡਰ ਜੋ ਹੈ ਇੱਕ ਅਲਾਇੰਸ ਕ੍ਰੀਏਟ ਕਰ ਲਿਆ ਸੀਗਾ
ਤੇ ਕਿਉਂ ਕਰਿਆ ਸੀ ਕਿ ਅਨੰਦਪੁਰ ਤੋਂ ਗੁਰੂ ਜੀ ਨੂੰ ਬਾਹਰ ਕਿਵੇਂ ਕੱਢਿਆ ਜਾਵੇ, ਕਿਉਂਕਿ ਅਸੀਂ ਦੇਖਿਆ ਕਿ ਭੀਮ ਚੰਦ ਦੀ ਟੈਰੀਟਰੀ ਦੇ ਅੰਦਰ ਜੋ ਹੈ ਅਨੰਦਪੁਰ ਆ ਰਿਹਾ ਹੈ। ਤੇ ਇੱਕ ਵਾਰ ਭੀਮ ਚੰਦ ਜੋ ਹੈ ਉਹਦੇ ਅੰਦਰ ਰਿਸਪੈਕਟ ਪੈਦਾ ਹੋ ਗਈ ਸੀ ਤੇ ਉਹਨੇ ਦੁਬਾਰਾ ਫਰੈਂਡਸ਼ਿਪ ਜੋ ਹੈ ਗੁਰੂ ਜੀ ਦੇ ਨਾਲ ਕਰ ਲਈ ਸੀ। ਬਟ ਹੁਣ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਦੁਬਾਰਾ ਤੋਂ ਇਨਸਿਕਿਉਰ ਹੋ ਰਹੇ ਨੇ ਤੇ ਬਾਕੀ ਜਿਹੜੇ ਪਹਾੜੀ ਰਾਜੇ ਸੀ ਉਹ ਭੀਮ ਚੰਦ ਦੇ ਕੋਲ ਪਹੁੰਚਦੇ ਨੇ ਤੇ ਸਾਰਿਆਂ ਨੇ ਹੁਣ ਗੁਰੂ ਜੀ ਦੇ ਅਗੇਂਸਟ ਜੋ ਹੈ ਇੱਕ ਅਲਾਇੰਸ ਕ੍ਰੀਏਟ ਕਰ ਲਿਆ। ਹੁਣ ਅਸੀਂ ਕਰਦੇ ਹਾਂ ਨੈਕਸਟ ਫੇਜ਼ ਦੀ ਗੱਲ, ਪੋਸਟ ਖਾਲਸਾ ਪੀਰੀਅਡ। ਕਿਉਂਕਿ ਹੁਣ ਖਾਲਸਾ ਪੰਥ ਦੀ ਸਥਾਪਨਾ ਹੋ ਚੁੱਕੀ ਹੈ ਤਾਂ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਕਿਸ ਤਰੀਕੇ ਦੇ ਬਦਲਾਅ ਜੋ ਨੇ ਉਹ ਆਉਣਗੇ, ਜਾਂ ਬੈਟਲ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੇ ਪੋਸਟ ਖਾਲਸਾ ਪੀਰੀਅਡ ਦੇ ਵਿੱਚ ਕਿਹੜੀਆਂ-ਕਿਹੜੀਆਂ ਬੈਟਲਸ ਹੋਈਆਂ ਨੇ। ਕਿਉਂਕਿ ਅਸੀਂ ਹੁਣ ਦੇਖਿਆ ਪਿੱਛੇ ਇਨਸਿਕਿਉਰਿਟੀ ਜੋ ਹੈ ਉਹ ਕ੍ਰੀਏਟ ਹੋ ਰਹੀ ਹੈ ਤਾਂ ਉਹਦੀ ਵਜ੍ਹਾ ਤੋਂ ਅਲਾਇੰਸ ਜੋ ਹੈ ਭੀਮ ਚੰਦ ਦੇ ਨਾਲ ਮਿਲ ਕੇ ਪਹਾੜੀ ਰਾਜਿਆਂ ਨੇ ਬਣਾ ਲਿਆ ਤੇ ਹੁਣ ਉਹ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਪੋਸਟ ਖਾਲਸਾ ਪੀਰੀਅਡ ਦੇ ਵਿੱਚ ਜੋ ਸਭ ਤੋਂ ਪਹਿਲੀ ਬੈਟਲ ਹੁੰਦੀ ਹੈ ਫਰਸਟ ਬੈਟਲ ਆਫ ਅਨੰਦਪੁਰ 1701 ਦੇ ਵਿੱਚ। ਤੇ ਇੱਥੇ ਹੁਣ ਗੁਰੂ ਜੀ, ਇੱਕ ਪਾਸੇ ਗੁਰੂ ਜੀ ਨੇ ਤੇ ਦੂਜੇ ਪਾਸੇ ਕੌਣ ਹੈ, ਭੀਮ ਚੰਦ ਹੈ ਤੇ ਉਹਨਾਂ ਦੀ ਪੂਰੀ ਅਲਾਇੰਸ ਹੈ ਜਿਹਦੇ ਵਿੱਚ ਕਿ ਕਿੰਨੇ ਸਾਰੇ ਰਾਜੇ ਮਿਲੇ ਹੋਏ ਨੇ। ਜੰਮੂ ਦਾ ਵੀ ਰਾਜਾ ਹੈ, ਨੂਰਪੁਰ, ਮੰਡੀ, ਕੁੱਲੂ, ਗੁਲੇਰ, ਚੰਬਾ, ਸ਼੍ਰੀਨਗਰ, ਢੱਡਵਾਲ ਤੇ ਹਿੰਦੂਰ। ਇਹਨਾਂ ਸਾਰੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਨੂੰ ਉੱਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਬਟ ਕਿਉਂਕਿ ਹੁਣ ਇਸ ਤਰੀਕੇ ਨਾਲ ਬਾਹਰ ਕੱਢ ਨਹੀਂ ਸਕਦੇ ਸੀ, ਕੋਈ ਹੁਣ ਬਹਾਨਾ ਤਾਂ ਚਾਹੀਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਗੁਰੂ ਜੀ ਨੂੰ ਉੱਥੋਂ ਬਾਹਰ ਕੱਢਿਆ ਜਾਵੇ। ਤਾਂ ਕੀ ਕੀਤਾ, ਕਿਉਂਕਿ ਭੀਮ ਚੰਦ ਦੀ ਟੈਰੀਟਰੀ ਦੇ ਅੰਦਰ ਜੋ ਹੈ ਅਨੰਦਪੁਰ ਆ ਰਿਹਾ ਹੈ ਤਾਂ ਇਸ ਕਰਕੇ ਭੀਮ ਚੰਦ ਨੇ ਕੀ ਕਿਹਾ ਕਿ ਜੋ ਵੀ ਲੈਂਡ ਤੁਸੀਂ ਆਕਿਊਪਾਈ ਕੀਤੀ ਹੋਈ ਹੈ ਤੁਸੀਂ ਉਹਦੇ ਲਈ ਮੈਨੂੰ ਰੈਂਟ ਜਾਂ ਟ੍ਰਿਬਿਊਟ ਜੋ ਹੈ ਉਹ ਪੇ ਕਰੋ। ਉਹਨੇ ਰੈਂਟ ਦੀ ਡਿਮਾਂਡ ਕੀਤੀ ਪਰ ਗੁਰੂ ਜੀ ਨੇ ਕਿਹਾ ਕਿ ਨਹੀਂ, ਇਹ ਚੀਜ਼ ਅਨਜਸਟ ਹੈ, ਅਸੀਂ ਇਹਦੇ ਲਈ ਡਿਮਾਂਡ ਜੋ ਹੈ ਤੁਹਾਡੀ ਐਕਸੈਪਟ ਨਹੀਂ ਕਰ ਸਕਦੇ। ਗੁਰੂ ਜੀ ਨੇ ਉਹ ਚੀਜ਼ ਨੂੰ ਰਿਜੈਕਟ ਕਰਤਾ ਤੇ ਪੇ ਨਹੀਂ ਕੀਤਾ ਤੇ ਉਹਨਾਂ ਨੇ ਇਸ ਨੂੰ ਰੀਜ਼ਨ ਬਣਾ ਕੇ, ਇਹਨੂੰ ਬਹਾਨਾ ਬਣਾ ਕੇ ਗੁਰੂ ਜੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਨੈਕਸਟ ਸਾਡੇ ਕੋਲ ਬੈਟਲ ਆਉਂਦੀ ਹੈ ਬੈਟਲ ਆਫ ਨਿਰਮੋ 1702 ਦੇ ਵਿੱਚ। ਤੇ ਇੱਥੇ ਵੀ ਕੀ ਹੋਇਆ, ਗੁਰੂ ਜੀ ਨੇ ਭੀਮ ਚੰਦ ਨੂੰ ਹਰਾਇਆ ਤੇ ਬਾਕੀ ਜਿਹੜੇ ਹਿਲੀ ਰਾਜੇ ਸੀਗੇ, ਪਹਾੜੀ ਰਾਜੇ ਸੀਗੇ, ਸਾਰੇ ਦੁਬਾਰਾ ਅਲਾਇੰਸ ਬਣਾ ਕੇ ਗੁਰੂ ਜੀ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਮੁਗਲ ਫੋਰਸਿਸ ਦੇ ਨਾਲ। ਹੁਣ ਕਿਉਂਕਿ ਪਹਿਲਾਂ ਅਸੀਂ ਦੇਖਿਆ ਕਿ ਉਹਨਾਂ ਨੇ ਗੁਰੂ ਜੀ ਦੀ ਇੱਕ ਵਾਰੀ ਹੈਲਪ ਵੀ ਕੀਤੀ ਸੀ ਮੁਗਲ ਫੋਰਸਿਸ ਨੂੰ ਹਰਾਉਣ ਦੇ ਲਈ, ਪਰ ਜਦੋਂ ਇਨਸਿਕਿਉਰਿਟੀ ਆਪਣੇ ਅੰਦਰ ਡਿਵੈਲਪ ਹੋ ਗਈ ਤਾਂ ਉਹ ਵੀ ਜਾ ਕੇ ਮੁਗਲ ਫੋਰਸਿਸ ਦਾ ਸਾਥ ਦੇਣਾ ਉਹਨਾਂ ਨੇ ਸ਼ੁਰੂ ਕਰਤਾ ਗੁਰੂ ਜੀ ਨੂੰ ਉੱਥੋਂ ਕਢਵਾਉਣ ਦੇ ਲਈ। ਬਟ ਗੁਰੂ ਜੀ ਨੇ ਸਾਰਿਆਂ ਨੂੰ ਜੋ ਹੈ ਹਰਾਇਆ। ਭੀਮ ਚੰਦ, ਉਹਦੇ ਨਾਲ ਜੋ ਵੀ ਅਲਾਇੰਸ ਹੋਇਆ ਸੀ ਪਹਾੜੀ ਰਾਜਿਆਂ ਦਾ ਤੇ ਜੋ ਮੁਗਲ ਫੋਰਸਿਸ ਨਾਲ ਜੁੜੀਆਂ ਹੋਈਆਂ ਸੀ, ਸਾਰਿਆਂ ਨੂੰ ਹੀ ਹਰਾਇਆ ਗਿਆ। ਤੇ ਅਗਲੀ ਬੈਟਲ ਹੈਗੀ ਹੈ ਬੈਟਲ ਆਫ ਬਸੌਲੀ 1702 ਦੇ ਵਿੱਚ। ਤੇ ਇੱਥੇ ਸਿੱਖਾਂ ਨੇ ਅਟੈਕ ਕੀਤਾ ਹੁਣ ਭੀਮ ਚੰਦ ਨੂੰ ਤੇ ਉਹਦਾ ਜਿਹੜਾ ਕਲਮੋਟ ਰੀਜਨ ਸੀਗਾ ਉਹਨੂੰ ਕੈਪਚਰ ਕਰ ਲਿਆ। ਕਿਉਂਕਿ ਇਹਨਾਂ ਰੀਜਨਸ ਦੀ ਬੜੀ ਹੀ ਸਟ੍ਰੈਟੇਜਿਕ ਇੰਪੋਰਟੈਂਸ ਹੁੰਦੀ ਹੈ ਤਾਂ ਉਹ ਚੀਜ਼ਾਂ ਉਹਨਾਂ ਦੇ ਕੋਲੋਂ ਕੈਪਚਰ ਕਰ ਲਿਆ। ਤੇ ਜਿਹੜਾ ਰਾਜਾ ਸੀਗਾ ਧਰਮਪੁਲ, ਠੀਕ ਹੈ, ਧਰਮਪਾਲ ਹੈ, ਰਾਜਾ ਧਰਮਪਾਲ ਸੀ ਬਸੌਲੀ ਦਾ, ਉਹਨੇ ਗੁਰੂ ਜੀ ਨੂੰ ਸਪੋਰਟ ਕੀਤਾ ਇਸ ਬੈਟਲ ਦੇ ਵਿੱਚ। ਜੇ ਪੁੱਛਿਆ ਜਾਂਦਾ ਕਿ ਕਿਹਨੇ ਜਿਹੜੀ ਬੈਟਲ ਆਫ ਬਸੌਲੀ ਹੋਈ ਸੀ ਕਿਹਨੇ ਹੈਲਪ ਕੀਤੀ ਸੀ ਗੁਰੂ ਜੀ ਨੂੰ, ਤਾਂ ਰਾਜਾ ਧਰਮਪਾਲ ਸੀ ਬਸੌਲੀ ਦਾ ਹੀ ਉਹਨੇ ਹੈਲਪ ਕੀਤੀ ਸੀ। ਠੀਕ ਹੈ, ਅਗਲੀ ਬੈਟਲ ਆਉਂਦੀ ਹੈ ਸਾਡੇ ਕੋਲ ਸੈਕਿੰਡ ਬੈਟਲ ਆਫ ਅਨੰਦਪੁਰ 1704 ਤੋਂ 5। ਤੇ ਕਿਹਨਾਂ ਦੇ ਵਿਚਕਾਰ ਹੋਈ ਸੀ, ਇੱਥੇ ਵੀ ਇੱਕ ਸਾਈਡ ਦੇ ਵਿੱਚ ਗੁਰੂ ਜੀ ਨੇ, ਸਿੱਖ ਨੇ, ਤੇ ਦੂਜੇ ਸਾਈਡ ਦੇ ਵਿੱਚ ਮੁਗਲ ਫੋਰਸਿਸ ਦੇ ਵਿੱਚੋਂ ਵਜ਼ੀਰ ਖਾਨ ਦੇ ਅੰਦਰ ਫੌਜਦਾਰ ਸੀਗਾ ਇਹ ਸਰਹੰਦ ਦਾ ਤੇ ਨਾਲ ਪਹਾੜੀ ਰਾਜੇ। ਠੀਕ ਹੈ, ਇੱਕ ਸਾਈਡ ਸਿੱਖ ਤੇ ਦੂਜੇ ਸਾਈਡ ਵਜ਼ੀਰ ਖਾਨ ਹੈ, ਫੌਜਦਾਰ ਆਫ ਸਰਹੰਦ ਤੇ ਪਹਾੜੀ ਰਾਜੇ ਨੇ। ਤੇ ਇਹਨਾਂ ਨੇ ਕਰਿਆ ਕੀ ਸੀ, ਇਹਨਾਂ ਨੇ ਅਨੰਦਪੁਰ ਦਾ ਜੋ ਕਿਲਾ ਸੀਗਾ ਉਹਨੂੰ ਘੇਰਾ ਪਾ ਲਿਆ। ਹਾਲਾਂਕਿ ਸਿੱਖਾਂ ਨੇ ਬੜੀ ਹੀ ਬਹਾਦਰੀ ਦੇ ਨਾਲ ਉਹਨਾਂ ਦਾ ਸਾਹਮਣਾ ਕੀਤਾ ਮੁਗਲ ਫੋਰਸਿਸ ਦਾ, ਬਟ ਫਿਰ ਵੀ ਜਿਹੜੇ ਮੁਗਲ ਜਨਰਲ ਸੀਗੇ ਉਹਨਾਂ ਨੇ ਸਾਰੇ ਮੀਨਸ ਆਫ ਕਮਿਊਨੀਕੇਸ਼ਨ ਜਿਹੜੇ ਸੀਗੇ ਉਹਨਾਂ ਨੂੰ ਖਤਮ ਕਰ ਦਿੱਤਾ ਤਾਂ ਕਿ ਇਹ ਅੱਗੇ ਹੋਰ ਆਪਣੀ ਹੈਲਪ ਨਾ ਲੈ ਸਕਣ ਸਿੱਖ। ਤੇ ਫੂਡ ਸਪਲਾਈਜ਼ ਦੀ ਸ਼ਾਰਟੇਜ ਹੋ ਗਈ ਬਹੁਤ ਜ਼ਿਆਦਾ, ਅੰਦਰ ਤੱਕ ਜੋ ਹੈ ਫੌਜ 'ਚ ਖਾਣਾ ਨਹੀਂ ਸੀ ਪਹੁੰਚ ਰਿਹਾ। ਬਟ ਗੁਰੂ ਜੀ ਡਿਟਰਮਿਨ ਸੀ ਪੂਰੇ ਤਰੀਕੇ ਦੇ ਨਾਲ ਕਿ ਮੈਂ ਇਹਨਾਂ ਨੂੰ ਇੱਕ ਟਫ ਫਾਈਟ ਜੋ ਹੈ ਦੇਵਾਂਗਾ, ਵੀ ਅਸੀਂ ਐਵੇਂ ਹਾਰ ਨਹੀਂ ਮੰਨ ਸਕਦੇ, ਅਸੀਂ ਆਪਣਾ ਮੂੰਹ ਨਹੀਂ ਲੁਕੋ ਸਕਦੇ, ਅਸੀਂ ਡਟ ਕੇ ਇਹਨਾਂ ਦਾ ਮੁਕਾਬਲਾ ਕਰਾਂਗੇ। ਤੇ ਇਹ ਜਿਹੜੀ ਘੇਰਾਬੰਦੀ ਸੀਗੀ ਤਕਰੀਬਨ 8 ਮਹੀਨੇ ਤੱਕ ਚੱਲਦੀ ਰਹੀ। ਤੇ ਇੱਦਾਂ ਦੇਖਦੇ ਦੇਖਦੇ ਕੁਛ ਜਿਹੜੇ 40 ਸਿੱਖ ਸੀਗੇ ਉਹਨਾਂ ਦਾ ਜੋ ਇੱਕ ਸਬਰ ਦਾ ਬੰਨ੍ਹ ਹੁੰਦਾ ਹੈ ਉਹ ਟੁੱਟ ਚੁੱਕਿਆ ਸੀ ਤੇ ਉਹ ਗੁਰੂ ਜੀ ਨੂੰ ਜੋ ਨੇ ਉੱਥੇ ਹੀ ਛੱਡ ਕੇ ਚਲੇ ਜਾਂਦੇ ਨੇ। ਤੇ ਉਸ ਤੋਂ ਬਾਅਦ ਗੁਰੂ ਜੀ ਨੂੰ ਫੋਰਟ ਜੋ ਹੈ ਉਹ ਛੱਡਣਾ ਪਿਆ ਅਨੰਦਪੁਰ ਦਾ, ਕਿਉਂਕਿ ਹੁਣ ਪ੍ਰੋਵੀਜ਼ਨ ਜ਼ਿਆਦਾ ਨਹੀਂ ਸੀ, ਉਹਨਾਂ ਨੇ ਆਪਣੇ ਸਿੱਖਾਂ ਦਾ ਵੀ ਧਿਆਨ ਰੱਖਣਾ ਸੀਗਾ। ਤਾਂ ਇਹ ਦੇਖਦੇ ਹੋਏ ਉਹ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਜੋ ਨੇ ਉੱਥੋਂ ਚਲੇ ਜਾਂਦੇ ਨੇ। ਤਾਂ ਜਿਸ ਟਾਈਮ ਉਹ ਜਾ ਰਹੇ ਹੁੰਦੇ ਨੇ ਤੇ ਰਾਹ 'ਚ ਉਹਨਾਂ ਨੇ ਇੱਕ ਸਿਰਸਾ ਨਦੀ ਪੈਂਦੀ ਹੈ ਤੇ ਸਿਰਸਾ ਨਦੀ ਨੂੰ ਜਿਸ ਟਾਈਮ 'ਤੇ ਕ੍ਰੋਸ ਕਰ ਰਹੇ ਨੇ ਤਾਂ ਕੁਛ ਕਨਫਿਊਜ਼ਨਸ ਦੇ ਚੱਲਦੇ ਇਹ ਚੀਜ਼ ਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਜ਼ੋਰਾਵਰ ਸਿੰਘ ਜੋ ਸਿਰਫ ਔਰ ਸਿਰਫ 9 ਸਾਲ ਦੇ ਸੀ ਤੇ ਫਤਿਹ ਸਿੰਘ ਜੋ 6 ਸਾਲ ਦੇ ਸੀਗੇ, ਆਪਣੀ ਦਾਦੀ ਮਾਤਾ ਗੁਜਰੀ ਦੇ ਨਾਲ, ਮਾਤਾ ਗੁਜਰੀ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਮਦਰ ਤੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਦੀ ਦਾਦੀ,
ਇਹ ਜੋ ਇੱਕ ਉਹਨਾਂ ਤੋਂ ਮੇਨ ਜੋ ਟੁਕੜੀ ਸੀਗੀ ਉਹਨਾਂ ਤੋਂ ਅਲੱਗ ਹੋ ਗਏ, ਗੁਰੂ ਗੋਬਿੰਦ ਸਿੰਘ ਜੀ ਤੋਂ ਅਲੱਗ ਹੋ ਗਏ ਤੇ ਲਾਸਟ ਦੇ ਵਿੱਚ ਉਹ ਜਾ ਕੇ ਕਿਸੇ ਤਰੀਕੇ ਦੇ ਨਾਲ ਮੁਗਲਾਂ ਦੇ ਹੱਥ ਲੱਗ ਜਾਂਦੇ ਨੇ ਤੇ ਮੁਗਲ ਜੋ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੰਦੇ ਨੇ, ਬਹੁਤ ਉਹਨਾਂ ਨੂੰ ਧਰਮ ਪਰਿਵਰਤਨ ਕਰਨ ਦੇ ਲਈ ਬੱਚਿਆਂ ਨੂੰ ਲਾਲਚ ਦਿੱਤਾ ਜਾਂਦਾ ਹੈ ਸਾਹਿਬਜ਼ਾਦਿਆਂ ਨੂੰ, ਪਰ ਉਹ ਟਸ ਤੋਂ ਮਸ ਨਹੀਂ ਹੁੰਦੇ। ਤੇ ਜਦੋਂ ਉਹਨਾਂ ਨੇ ਉਹਨਾਂ ਦੀ ਕਿਸੇ ਵੀ ਗੱਲ ਨੂੰ ਨਹੀਂ ਮੰਨਿਆ ਕਿ ਅਸੀਂ ਇਸਲਾਮ ਕਬੂਲ ਨਹੀਂ ਕਰਾਂਗੇ, ਤਾਂ ਬਾਅਦ ਦੇ ਵਿੱਚੋਂ ਉਹਨਾਂ ਨੂੰ ਜ਼ਿੰਦਾ ਹੀ ਦੀਵਾਰਾਂ ਦੇ ਵਿੱਚ, ਕੰਧਾਂ ਦੇ ਵਿੱਚ ਚਿਣਵਾ ਦਿੱਤਾ ਜਾਂਦਾ ਹੈ। ਤੇ ਕਿਹਦੇ ਕਹਿਣ ਤੇ ਚਿਣਵਾਇਆ ਜਾਂਦਾ ਹੈ? ਵਜ਼ੀਰ ਖਾਨ ਦੇ ਕਹਿਣ ਤੇ ਚਿਣਵਾਇਆ ਜਾਂਦਾ ਹੈ। ਨੈਕਸਟ ਬੈਟਲ ਸਾਡੇ ਕੋਲ ਆਉਂਦੀ ਹੈ ਬੈਟਲ ਆਫ ਚਮਕੌਰ 1705। ਜਦੋਂ ਗੁਰੂ ਜੀ ਸਿਰਸਾ ਕ੍ਰਾਸ ਕਰਕੇ ਰੋਪੜ ਵੱਲ ਨੂੰ ਵੱਧਦੇ ਨੇ ਤੇ ਉਦੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ। ਮੁਗਲ ਫੋਰਸਿਸ ਜੋ ਨੇ ਉਹ ਕੰਟੀਨਿਊਸਲੀ ਉਹਨਾਂ ਨੂੰ ਲੱਭ ਰਹੀਆਂ ਨੇ ਤੇ ਉਸ ਤੋਂ ਬਾਅਦ ਹੀ ਫਿਰ ਇਹ ਜੋ ਬੈਟਲ ਆਫ ਚਮਕੌਰ ਹੈ ਉਹ ਹੁੰਦੀ ਹੈ। ਤੇ ਗੁਰੂ ਜੀ ਤੇ ਉਹਨਾਂ ਦੇ 40 ਸਿੱਖ ਜੋ ਸੀਗੇ ਤੇ ਦੋ ਉਹਨਾਂ ਦੇ ਬੇਟੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਜੁਝਾਰ ਸਿੰਘ, ਦੋਨੋਂ ਜੋ ਨੇ ਉਹ ਸਾਰੇ ਇਹ ਮਿਲ ਕੇ ਮੁਗਲ ਫੋਰਸਿਸ ਦੇ ਨਾਲ ਲੜਦੇ ਨੇ ਤੇ ਅੰਤ ਦੇ ਵਿੱਚ ਉਹਨਾਂ ਦੇ 35 ਜੋ ਸਿੱਖ ਸੀਗੇ ਤੇ ਉਹਨਾਂ ਦੇ ਵਿੱਚੋਂ 3 ਜੋ ਉਹਨਾਂ ਦੇ ਚਹੇਤੇ ਸਿੱਖ ਕਹੇ ਜਾਂਦੇ ਨੇ, ਹਾਲਾਂਕਿ ਸਿੱਖ ਉਹਨਾਂ ਦੇ ਸਾਰੇ ਚਹੇਤੇ ਸੀਗੇ। ਉਹਨਾਂ ਦੇ ਵਿੱਚੋਂ 3 ਦਾ ਜੋ ਨਾਂ ਆਉਂਦਾ ਹੈ ਹਿੰਮਤ ਸਿੰਘ, ਮੋਹਕਮ ਸਿੰਘ ਤੇ ਸਾਹਿਬ ਸਿੰਘ। ਬਿਲਾਵਡ ਇਸ ਲਈ ਕਿਉਂਕਿ ਅਸੀਂ ਇਹਨਾਂ ਦਾ ਨਾਂ ਦੇਖਿਆ ਸੀ ਪੰਜ ਪਿਆਰਿਆਂ ਦੇ ਵਿੱਚ, ਜੋ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਅੰਮ੍ਰਿਤ ਜੋ ਸੀਗਾ ਉਹ ਛਕਿਆ ਤੇ ਉਹਨਾਂ ਦੇ ਦੋਨੋਂ ਸਾਹਿਬਜ਼ਾਦੇ ਜੋ ਨੇ ਇਸ ਲੜਾਈ ਦੇ ਵਿੱਚ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ। ਦੈਨ ਉਸ ਤੋਂ ਬਾਅਦ ਗੁਰੂ ਜੀ ਉਸ ਫੋਰਟ ਨੂੰ ਛੱਡ ਕੇ ਜੋ ਹੈ ਉਹ ਚਲੇ ਜਾਂਦੇ ਨੇ ਆਪਣੇ ਸਿੰਘਾਂ ਦੇ ਨਾਲ ਤੇ ਮਾਛੀਵਾੜਾ ਦੇ ਜੰਗਲਾਂ ਦੇ ਵਿੱਚ ਜੋ ਨੇ ਉਹ ਕਾਫੀ ਟਾਈਮ ਉੱਥੇ ਸਮਾਂ ਬਿਤਾਉਂਦੇ ਨੇ। ਉਸ ਤੋਂ ਬਾਅਦ ਫਿਰ ਉਹ ਦੀਨਾ ਗਏ, ਠੀਕ ਹੈ, ਮਾਲਵਾ, ਜਿੱਥੇ ਕਿ ਉਹਨਾਂ ਨੇ ਜ਼ਾਫਰਨਾਮਾ ਲਿਖਿਆ। ਹੁਣ ਇਹ ਪੇਪਰ ਦੇ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਜ਼ਾਫਰਨਾਮਾ ਜੋ ਹੈ ਗੁਰੂ ਜੀ ਨੇ ਕਿਹੜੀ ਜਗ੍ਹਾ ਤੇ ਲਿਖਿਆ ਸੀ? ਮਾਲਵਾ ਜਦੋਂ ਚਲੇ ਗਏ ਸੀ ਉੱਥੇ ਉਹਨਾਂ ਨੇ ਜ਼ਾਫਰਨਾਮਾ ਲਿਖਿਆ। ਜ਼ਾਫਰਨਾਮਾ ਲੈਟਰ ਆਫ ਵਿਕਟਰੀ, ਕਿ ਮੇਰੀ ਜਿੱਤ ਹੋਈ ਹੈ ਤੇ ਔਰੰਗਜ਼ੇਬ ਦੀ ਹਾਰ ਹੋਈ ਹੈ। ਤੇ ਫਿਰ ਇਹਨੂੰ ਜ਼ਾਫਰਨਾਮੇ ਨੂੰ ਔਰੰਗਜ਼ੇਬ ਤੱਕ ਪਹੁੰਚਾਇਆ ਗਿਆ। ਉਹਨੂੰ ਲੈ ਕੇ ਕੌਣ ਗਿਆ ਸੀਗਾ? ਇਸ ਜ਼ਾਫਰਨਾਮਾ ਨੂੰ ਕਿਹਨੇ ਪਹੁੰਚਾਇਆ ਔਰੰਗਜ਼ੇਬ ਤੱਕ? ਭਾਈ ਦਇਆ ਤੇ ਭਾਈ ਧਰਮ ਸਿੰਘ ਨੇ। ਪੋਸਟ ਖਾਲਸਾ ਪੀਰੀਅਡ ਦੀ ਲਾਸਟ ਬੈਟਲ ਹੈ ਬੈਟਲ ਆਫ ਖਿਦਰਾਣਾ 1705 ਤੇ ਇੱਥੇ ਵੀ ਇੱਕ ਪਾਸੇ ਸਿੱਖ ਜੋ ਫੋਰਸਿਸ ਨੇ ਤੇ ਦੂਜੇ ਪਾਸੇ ਮੁਗਲ ਫੋਰਸਿਸ ਨੇ ਤੇ ਇਹਦੇ ਵਿੱਚ ਵੀ ਇਸ ਜੋ ਜਿੱਤ ਹੈ ਉਹ ਵੀ ਸਿੱਖਾਂ ਦੀ ਹੁੰਦੀ ਹੈ, ਗੁਰੂ ਜੀ ਦੀ ਹੁੰਦੀ ਹੈ। ਸਿੱਖ ਜੋ ਨੇ ਮੁਗਲ ਫੋਰਸਿਸ ਨੂੰ ਹਰਾ ਦਿੰਦੇ ਨੇ ਤੇ ਇਸ ਬੈਟਲ ਦੀ ਇੰਪੋਰਟੈਂਸ ਇਹ ਵੀ ਸੀਗੀ ਕਿ ਇੱਕ ਅਸੀਂ ਬੈਟਲ ਦੇ ਵਿੱਚ ਦੇਖਿਆ ਸੀ ਕਿ ਅਨੰਦਪੁਰ ਦਾ ਜੋ ਕਿਲਾ ਹੈ, ਸੈਕਿੰਡ ਬੈਟਲ ਆਫ ਅਨੰਦਪੁਰ 'ਚ ਦੇਖਿਆ ਸੀ ਕਿ ਉਹਨੂੰ ਸੀਜ਼ ਕਰ ਲਿਆ ਗਿਆ ਸੀਗਾ, ਉਹਨੂੰ ਘੇਰਾਬੰਦੀ ਕਰ ਲਿਆ ਸੀ ਤੇ ਕੁਝ 40 ਸਿੱਖ ਜੋ ਸੀਗੇ ਉਸ ਟਾਈਮ ਦੇ ਵਿੱਚ ਗੁਰੂ ਜੀ ਨੂੰ ਛੱਡ ਕੇ ਚਲੇ ਗਏ ਸੀ। ਤਾਂ ਹੁਣ ਬੈਟਲ ਆਫ ਖਿਦਰਾਣਾ ਦੇ ਵਿੱਚ ਉਹੀ 40 ਸਿੱਖ ਜੋ ਨੇ ਜੋ ਗੁਰੂ ਜੀ ਨੂੰ ਛੱਡ ਕੇ ਗਏ ਸੀ ਉਹ ਦੁਬਾਰਾ ਉਹਨਾਂ ਕੋਲ ਵਾਪਸ ਆਉਂਦੇ ਨੇ ਤੇ ਵਾਪਸ ਆ ਕੇ ਉਹਨਾਂ ਨੇ ਇਸ ਬੈਟਲ ਦੇ ਵਿੱਚ, ਬੈਟਲ ਆਫ ਖਿਦਰਾਣਾ ਦੇ ਵਿੱਚ ਜੋ ਸੀਗੀ ਆਪਣੀ ਗੁਰੂ ਜੀ ਦੇ ਲਈ ਜਾਨ ਦਿੱਤੀ। ਸ਼ਹੀਦੀ ਜੋ ਹੈ ਉਹਨਾਂ ਨੂੰ ਇੱਥੇ ਪ੍ਰਾਪਤ ਹੋਈ। ਤਾਂ ਇਸ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ 40 ਜੋ ਸਿੱਖ ਸੀਗੇ ਉਹਨਾਂ ਨੂੰ ਇੱਥੇ ਮੁਕਤੀ ਮਿਲੀ ਕਿਉਂਕਿ ਉਹਨਾਂ ਨੇ ਪਹਿਲਾਂ ਗੁਰੂ ਜੀ ਨੂੰ ਛੱਡਿਆ, ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਅਹਿਸਾਸ ਕਰਨ ਤੋਂ ਬਾਅਦ ਉਹਨਾਂ ਨੇ ਹੁਣ ਇੱਥੇ ਉਹਨਾਂ ਦੀ ਹੈਲਪ ਕੀਤੀ ਉਸ ਬੈਟਲ ਦੇ ਵਿੱਚ। ਤਾਂ ਇਸੇ ਕਰਕੇ ਜੋ ਇਹ ਜਗ੍ਹਾ ਹੈ ਖਿਦਰਾਣਾ ਹੈ, ਉਹਨੂੰ ਲੇਟਰ ਬਾਅਦ ਦੇ ਵਿੱਚੋਂ ਰਣਜੀਤ ਸਿੰਘ ਨੇ ਮੁਕਤਸਰ ਨਾਮ ਦਿੱਤਾ ਸੀ ਕਿਉਂਕਿ ਇੱਥੇ ਉਹਨਾਂ ਸਿੱਖਾਂ ਨੂੰ ਮੁਕਤੀ ਮਿਲੀ ਸੀ, 40 ਸਿੱਖਾਂ ਨੂੰ ਮੁਕਤੀ ਮਿਲੀ ਸੀ। ਮੁਕਤਸਰ ਮੀਨ ਲੇਕ ਆਫ ਲਿਬਰੇਸ਼ਨ, ਜਿੱਥੇ ਮੁਕਤੀ ਮਿਲੀ। ਤੇ ਇਸ ਬੈਟਲ ਤੋਂ ਬਾਅਦ ਫਿਰ ਗੁਰੂ ਜੀ ਚਲੇ ਜਾਂਦੇ ਨੇ ਤਲਵੰਡੀ ਸਾਬੋ, ਬਠਿੰਡਾ ਤੇ ਉੱਥੇ ਜਾ ਕੇ ਤਲਵੰਡੀ ਸਾਬੋ ਦੇ ਵਿੱਚ ਪਰਟੀਕੁਲਰਲੀ ਕਿਹੜੀ ਜਗ੍ਹਾ? ਦਮਦਮਾ ਸਾਹਿਬ, ਜੋ ਅੱਜ ਦੇ ਟਾਈਮ ਦੇ ਵਿੱਚ ਹੈ ਦਮਦਮਾ ਸਾਹਿਬ। ਗੁਰੂ ਜੀ ਤਕਰੀਬਨ ਉੱਥੇ 1 ਸਾਲ ਤੱਕ ਰਹਿੰਦੇ ਨੇ ਤੇ ਉੱਥੇ ਜਿਹੜਾ ਉਹਨਾਂ ਦਾ ਇੱਕ ਮੇਨ ਟਾਸਕ ਜੋ ਉਹਨਾਂ ਨੇ ਹੁਣ ਤੱਕ ਕਰਦੇ ਆਏ ਸੀ ਸ਼ੁਰੂ ਤੋਂ ਲੈ ਕੇ, ਇੱਕ ਸੇਂਟ ਸੋਲਜਰ ਅਸੀਂ ਦੇਖਿਆ ਕਿ ਪਰਸਨੈਲਿਟੀ ਸੀ, ਤਾਂ ਦੁਬਾਰਾ ਇੱਕ ਸੇਂਟਲੀ ਜੋ ਇੱਕ ਵਰਕ ਸੀ ਰਿਲੀਜੀਅਸ ਟੀਚਿੰਗ ਦੇਣ ਦਾ, ਉਹ ਇੱਥੇ ਕੀਤਾ ਤੇ ਜਿਹੜੀ ਇੱਕ ਫਾਈਨਲ ਸ਼ੇਪ ਸੀ ਆਦਿ ਗ੍ਰੰਥ ਨੂੰ ਉਹ ਦਿੱਤੀ। ਕਿਵੇਂ? ਜਿਹੜੇ ਉਹਨਾਂ ਦੇ ਫਾਦਰ ਤੇਗ ਬਹਾਦਰ ਜੀ ਦੀ ਜੋ ਬਾਣੀ ਸੀ, ਉਹਨਾਂ ਦੇ ਸ਼ਲੋਕ ਸੀਗੇ, ਉਹਨਾਂ ਨੂੰ ਆਦਿ ਗ੍ਰੰਥ ਦੇ ਵਿੱਚ ਇਨਕੋਰਪੋਰੇਟ ਕੀਤਾ, ਉਹਨੂੰ ਐਡ ਕੀਤਾ ਤੇ ਐਡ ਕਰਕੇ ਆਦਿ ਗ੍ਰੰਥ ਨੂੰ ਸੰਪੂਰਨ ਕੀਤਾ। ਤਾਂ ਇਸੇ ਤਰੀਕੇ ਦੇ ਨਾਲ ਹੀ ਇਹ ਕਿਹਾ ਜਾਂਦਾ ਹੈ ਕਿ ਜੋ ਇਹ ਜਗ੍ਹਾ ਸੀਗੀ ਉਹਨੂੰ ਇਹ ਟਾਈਟਲ ਮਿਲਦਾ ਹੈ, ਉਹਨੂੰ ਇਹ ਨਾਮ ਮਿਲਦਾ ਹੈ ਜਿਹਨੂੰ ਕਿ ਗੁਰੂ ਕੀ ਕਾਸ਼ੀ ਜਾਂ ਬਨਾਰਸ, ਗੁਰੂ ਕੀ ਕਾਸ਼ੀ ਜਾਂ ਬਨਾਰਸ ਨੂੰ ਕਿਹਾ ਜਾਂਦਾ ਹੈ। ਤੇ ਹੁਣ ਨੈਕਸਟ ਕਲਾਸ ਦੇ ਵਿੱਚ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੇ ਬਾਰੇ, ਕਿਉਂਕਿ ਔਰੰਗਜ਼ੇਬ ਦੇ ਟਾਈਮ ਪੀਰੀਅਡ ਦੇ ਵਿੱਚ ਇਹੀ ਇੰਪੋਰਟੈਂਟ ਸਾਡੇ ਕੋਲ ਬੈਟਲ ਸੀਗੀਆਂ। ਅਸੀਂ ਇਹਨੂੰ 2 ਫੇਜ਼ਸ ਦੇ ਵਿੱਚ ਡਿਵਾਈਡ ਕਰਕੇ ਦੇਖਿਆ ਕਿ ਪ੍ਰੀ ਖਾਲਸਾ ਟਾਈਮ ਪੀਰੀਅਡ ਦੇ ਵਿੱਚ ਕਿਹੜੀ ਚੀਜ਼ ਹੋਈ ਤੇ ਪੋਸਟ ਖਾਲਸਾ ਦੇ ਵਿੱਚ ਕਿਹੜੀਆਂ ਬੈਟਲਸ ਹੋਈਆਂ। ਤਾਂ ਬੈਟਲਸ ਦੇ ਪੁਆਇੰਟ ਆਫ ਵਿਊ ਦੇ ਨਾਲ ਇਹ ਪੂਰਾ ਇਵੈਂਟ ਜੋ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਸੀ ਕਿਉਂਕਿ ਇਸੇ ਟਾਈਮ ਪੀਰੀਅਡ ਦੇ ਵਿੱਚ ਅਸੀਂ ਦੇਖਿਆ ਕਿ ਖਾਲਸੇ ਪੰਥ ਦੀ ਸਥਾਪਨਾ ਵੀ ਹੋਈ ਤੇ ਉਸ ਤੋਂ ਬਾਅਦ ਫਿਰ ਕਿਸ ਤਰੀਕੇ ਦੇ ਬਦਲਾਅ ਜੋ ਨੇ ਉਹ ਆਉਂਦੇ ਰਹੇ। ਬਾਕੀ ਅਸੀਂ ਗੱਲ ਕਰਦੇ ਹਾਂ ਨੈਕਸਟ ਕਲਾਸ ਦੇ ਵਿੱਚ।
थैंक यू।